ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ ਵਿਪਰੀਤ ਬੁੱਧਿਯੰ ਮਾਰਤ ਲੋਕਹਿ ਨਾਨਕ ਚਿਰੰਕਾਲ ਦੁਖ ਭੋਗਤੇ। ਬ੍ਰਿਥਾ ਅਨੁਗ੍ਰਹੰ ਗੋਬਿੰਦਕੈ ਜਸਯ ਸਿਮਰਨ ਹ੍ਰਿਦਯੰਤਰਹਿ। ਅਰੋਗਯੰ ਮਹਾਰੋਗਯੰ ਬੇਸਿਮਰਤੇ ਕਰੁਣਾਮਯഃ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ, ਆਪਾਂ ਸਾਰੇ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਵਾਰਗਾਹ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪਾਂ ਸਾਰਿਆਂ ਨੇ ਸਵੇਰ ਤੋਂ ਲੈ ਕਰਕੇ ਹੁਣ ਤੱਕ ਸਤਿਗੁਰਾਂ ਦੀ ਬੇਅੰਤ ਸੇਵਾ ਕੀਤੀ ਹੈ। ਸਤਿਗੁਰੂ ਸਾਡੇ ਤੇ ਤਰੁੱਠੇ ਹੋਏ ਹਨ, ਮਿਹਰ ਵਰਸਾਈ ਹੈ, ਰਹਿਮਤਾਂ ਕੀਤੀਆਂ ਹਨ, ਦਇਆ ਦ੍ਰਿਸ਼ਟੀ ਦੇ ਘਰ ਵਿੱਚ ਆਏ ਹਨ, ਜੋ ਕਿ ਹੁਣ ਆਪਾਂ ਨੂੰ ਸਤ ਸੰਗਤ ਕਰਨ ਦਾ ਸਮਾਂ ਦੇ ਰਹੇ ਹਨ। ਸਤਿਗੁਰੂ ਫਰਮਾਨ ਕਰਦੇ ਹਨ, ਬੜਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਸਾਡੇ ਉੱਤਮ ਸ੍ਰੇਸ਼ਟ ਵੱਡੇ ਭਾਗ ਜਾਗਦੇ ਨੇ, ਫਿਰ ਸਾਧ ਸੰਗਤ ਜੀ ਸਾਨੂੰ ਸਤ ਸੰਗਤ ਕਰਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਸਾਡੇ ਭਾਗ ਜਾਗੇ ਹਨ, ਸਤਿਗੁਰਾਂ ਨੇ ਦਇਆ ਰਹਿਮਤ ਬਖਸ਼ਿਸ਼ ਕਰ ਦਿੱਤੀ ਹੈ ਆਪਣੇ ਤੇ, ਜੋ ਆਪਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਲਾਹਾ ਲੈਣ ਵਾਸਤੇ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਵਿੱਚ ਸਜੇ ਹੋਏ ਹਾਂ। ਸੋ ਵਿਚਾਰ ਅਧੀਨ ਸ਼ਬਦ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਕਥਾ ਚੱਲ ਰਹੀ ਹੈ, ਜਿਸ ਵਿੱਚ ਇੱਕ ਵਾਰੀ ਸੰਪੂਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੋ ਚੁੱਕੀ ਹੈ। ਪਹਿਲਾਂ ਜੋ ਕਿ ਦਸਤਾਰ ਟੀਵੀ ਚੈਨਲ ਤੇ ਇਹ ਕਥਾ ਲਾਈਵ ਹੋਇਆ ਕਰਦੀ ਸੀ, ਉਸ ਤੋਂ ਬਾਅਦ ਕੈਨੇਡਾ ਸਿੱਖ USA ਕੈਨੇਡਾ ਚੈਨਲ ਦੇ ਉੱਤੇ ਲਾਈਵ ਹੁੰਦੀ ਰਹੀ। ਉਸ ਤੋਂ ਬਾਅਦ ਵਿੱਚ ਸੰਤ ਆਸ਼ਰਮ ਨਾਮ ਦਾ ਚੈਨਲ, ਜਿਹਦੇ ਤੇ ਸਾਰੀ ਕਥਾ ਦੱਸਣ ਦਾ ਮਤਲਬ ਇਹ ਹੈ, ਕਈ ਸੱਜਣਾਂ ਦਾ ਮਨ ਕਰਦਾ ਹੁੰਦਾ ਹੈ ਕਿ ਲੜੀ ਜੋੜਨ ਦੇ ਵਾਸਤੇ ਅਸੀਂ ਕਥਾ ਸੁਣਨੀ ਚਾਹੁੰਦੇ ਹਾਂ, ਬਾਕੀ ਦੇ ਭਾਗ ਸਾਨੂੰ ਪਾਰਟ ਕਿੱਥੋਂ ਪ੍ਰਾਪਤ ਹੋਣਗੇ। ਜੋ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਟੇਪਾਂ ਦੀਆਂ ਕੈਸਟਾਂ ਹੋਇਆ ਕਰਦੀਆਂ, ਟੇਪ ਰਿਕਾਰਡਰਜ਼ ਹੋਇਆ ਕਰਦੇ, ਫਿਰ ਸੀਡੀਆਂ ਆ ਗਈਆਂ। ਹੁਣ ਇਹ ਮੀਡੀਆ ਦਾ ਯੁੱਗ ਹੈ, ਸਾਰੀ ਦੀ ਸਾਰੀ ਕਥਾ ਇੰਟਰਨੈਟ ਦੇ ਉੱਤੇ ਉਪਲਬਧ ਹੋ ਸਕਦੀ ਹੈ। ਹੁਣ ਵੀ ਇਹ ਸਾਰੀ ਦੀ ਸਾਰੀ ਕਥਾ ਸੰਤ ਆਸ਼ਰਮ
TV ਚੈਨਲ ਤੇ ਫੇਸਬੁੱਕ ਅਤੇ YouTube ਦੇ ਉੱਤੇ ਲਾਈਵ ਚੱਲ ਰਹੀ ਹੈ। ਸੋ ਸਾਧ ਸੰਗਤ, ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਆਪਾਂ ਨੇ ਗੁਰਬਾਣੀ ਦਾ ਲਾਹਾ ਲੈਣਾ ਹੈ। ਹੁਣ ਤੱਕ ਅਸੀਂ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਨ ਤੋਂ ਬਾਅਦ ਵਿੱਚ ਭਗਤ ਕਬੀਰ ਜੀ ਮਹਾਰਾਜ, ਭਗਤ ਫਰੀਦ ਜੀ ਮਹਾਰਾਜ ਸਵਈਏ, ਔਰ ਉਸ ਤੋਂ ਬਾਅਦ ਅਸੀਂ ਹੁਣ ਸਹਿਸਕ੍ਰਿਤੀ ਬਾਣੀ ਦੀ ਕਥਾ ਪ੍ਰਾਰੰਭ ਕੀਤੀ ਹੋਈ ਹੈ, ਜਿਸ ਦੇ ਆਪਾਂ ਨੇ 4 ਸ਼ਲੋਕ ਪਹਿਲਾਂ ਵਿਚਾਰੇ, ਜਿਹਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਨਾਰਸ ਕਾਸ਼ੀ ਦੇ ਵਿੱਚ ਜਾਂਦੇ ਹਨ। ਉੱਥੇ ਬੜਾ ਹੰਕਾਰੀ ਗੋਪਾਲ ਦੱਤ ਪੰਡਤ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਨਾਲ ਵਿਚਾਰ ਚਰਚਾ ਕਰਨੀ ਲੋਚਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਹਿਣਾ ਕੀਤਾ, ਅਸੀਂ ਤਾਂ ਭਾਈ ਭਜਨ ਪਾਠ ਬੰਦਗੀ ਕਰਨ ਵਾਲੇ ਹਾਂ, ਸਵਾਲਾਂ ਜਵਾਬਾਂ ਦੇ ਵਿੱਚ ਸਾਡਾ ਕੋਈ ਬਹੁਤਾ ਖਿਆਲ ਨਹੀਂ ਹੈ। ਤੇਰਾ ਦਾਦਾ ਵੀ ਕਿਸੇ ਸਮੇਂ ਜਦੋਂ ਕਾਸ਼ੀ ਬਨਾਰਸ ਦੇ ਵਿੱਚ ਇੱਕ ਮਹਾਪੁਰਸ਼ ਆਏ ਸਨ, ਉਹਨਾਂ ਦੇ ਨਾਲ ਵਾਦ ਵਿਵਾਦ ਕਰਦਾ ਸੀ। ਪੁੱਛਣਾ ਕੀਤਾ, ਕਿੱਥੇ ਹੈ ਹੁਣ ਮੇਰਾ ਦਾਦਾ? ਕਹਿੰਦੇ, ਉਹ ਜਿਹੜਾ ਕੁੱਤਾ ਮਰਿਆ ਪਿਆ ਨਾ, ਤੇਰਾ ਭਾਈਚਾਰਾ ਹੈ, ਉਹ ਕੁੱਤੇ ਦੇ ਉੱਤੇ ਪਾਣੀ ਦਾ ਛਿੱਟਾ ਮਾਰ, ਤੇਰੇ ਸਾਰੇ ਸਵਾਲਾਂ ਦਾ ਜਵਾਬ ਦਊਗਾ। ਉਹ ਕੁੱਤੇ ਨੇ ਬ੍ਰਾਹਮਣ ਦੇ ਕੀਤੇ ਕੋਈ ਸਵਾਲਾਂ ਦੇ ਜਵਾਬ ਦਿੱਤੇ। ਗੋਪਾਲ ਦੱਤ ਪੰਡਤ ਨੂੰ ਬੜੀ ਹੈਰਾਨੀ ਹੋਈ। ਮਹਾਰਾਜ, ਮੇਰਾ ਪਿਤਾ ਤਾਂ ਬੜਾ ਵਿਦਵਾਨ ਸੀ, ਬਹੁਤ ਜ਼ਿਆਦਾ ਵਿਦਵਤਾ ਭਰਪੂਰ ਸੀ, ਕੁੱਤਾ ਕਿਉਂ ਬਣਿਆ? ਕਹਿਣਾ ਕੀਤਾ, ਮਹਾਪੁਰਸ਼ਾਂ ਦਾ ਸਤਿਕਾਰ ਨਹੀਂ ਕੀਤਾ। ਮਹਾਪੁਰਖਾਂ ਨੂੰ ਕਹਿੰਦਾ, ਚੋਲਾ ਪਾਈ ਫਿਰਦੇ ਹੋ, ਮੇਰੇ ਸਵਾਲਾਂ ਦਾ ਜਵਾਬ ਤਾਂ ਤੁਸੀਂ ਦਿੰਦੇ ਨਹੀਂ, ਇਹ ਚੋਲਾ ਉਤਾਰ ਦਿਓ। ਵਿਦਿਆ ਦਾ ਮਾਣ ਸੀ। ਬਾਣੀ ਦੱਸਦੀ ਹੈ, ਜਿਹਨੂੰ ਵਿਦਿਆ ਦਾ ਹੰਕਾਰ ਹੋਵੇ ਨਾ, ਪੜ੍ਹਿਆ ਮੂਰਖ ਆਖੀ ਹੈ ਜਿਸ ਲੱਭ ਲੋਭ ਅਹੰਕਾਰਾ। ਜਿਹੜਾ ਵਿਦਿਆ ਪੜ੍ਹ ਗਿਆ, ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਜਦੋਂ ਜਾਪ ਸਾਹਿਬ ਦੀ ਕਥਾ ਕੀਤੀ, ਇੱਕ ਜਗ੍ਹਾ ਤੇ ਪ੍ਰਮਾਣ ਦਿੱਤਾ ਉਹਨਾਂ ਨੇ। ਕਹਿੰਦੇ, ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਮਨ ਨਹੀਂ ਆਇਆ, ਰਹਿਆ ਢੇਡ ਦਾ ਢੇਡ। ਕਹਿੰਦੇ, ਪੜ੍ਹੀ ਗਿਆ ਗ੍ਰੰਥ, ਪੜ੍ਹੀ ਗਿਆ, ਸ਼ਰਧਾ ਤੋਂ ਖਾਲੀ ਹੋ ਗਿਆ, ਸਖਣਾ ਹੋ ਗਿਆ, ਪ੍ਰੇਮਾ ਭਗਤੀ ਖਤਮ ਹੋ ਗਈ, ਹੰਕਾਰ ਵੱਧ ਗਿਆ, ਮੈਂ ਇੰਨਾ ਵਿਦਵਾਨ। ਆ ਦੂਜੇ ਲੋਕ, ਗੁਰਬਾਣੀ 'ਚ ਪ੍ਰਮਾਣ ਹੈ, ਕਿਉਂਕਿ ਅਸੀਂ ਗੁਰਬਾਣੀ ਤੋਂ 1 ਇੰਚ ਵੀ ਬਾਹਰ ਨਹੀਂ ਹਾਂ। ਗੁਰਬਾਣੀ ਦਾ ਫਰਮਾਨ ਹੈ। ਹੰਕਾਰੀ ਬੰਦਾ ਕੀ ਸੋਚਦਾ ਹੈ ਕਿ ਮੈਂ ਆਪਸ ਕੋ ਦੀਰਘ ਕਰ ਮਾਨੈ ਔਰ ਨ ਕੋ ਲਗ ਮਾਤ, ਮੈਂ ਬੜਾ ਤਕੜਾ ਵਿਦਵਾਨ ਹਾਂ, ਮੇਰੇ ਵਰਗਾ ਵਿਦਵਾਨ ਕੋਈ ਨਹੀਂ, ਮੈਂ 8-8 10-10 20 ਅਰਥ ਕਰ ਸਕਦਾ ਹਾਂ। ਸਾਧ ਸੰਗਤ ਜੀ, ਅਰਥ ਕਰਨ ਨੂੰ ਜਿੰਨੇ ਮਰਜ਼ੀ ਕੀਤੇ ਜਾ ਸਕਦੇ ਹਨ, ਪਰ ਜਿਹੜੀ ਸੰਗਤ ਸਾਹਮਣੇ ਬੈਠੀ ਸੁਣਦੀ ਹੈ, ਕਿ ਉਹਨਾਂ ਨੂੰ ਸਮਝ ਵਿੱਚ ਪੈਂਦਾ? ਅਰਥ ਤਾਂ ਹੁਣ ਅਸੀਂ ਪੜ੍ਹ ਦਿੰਦੇ ਹਾਂ। ਪ੍ਰਮਾਦ ਪੁਰਖ ਮਨੋ ਪਿਮੰ ਸਤਾਦ ਭਾਵਰਤੰ ਪਰਮਦ ਪੁਤੰ ਪ੍ਰਕ੍ਰਿਤ ਪਰੰ ਜਦ ਚਿੰਤ ਸਰਵਗਤੰ। ਤੁਹਾਨੂੰ ਸਮਝ ਨਹੀਂ ਆਊਗਾ, ਤੁਸੀਂ ਕਹੋਗੇ ਇੰਨਾ ਔਖਾ ਵੀ ਪਾਠ ਹੁੰਦਾ। ਫਿਰ ਮੈਂ ਕਹਿ ਦੂੰਗਾ, ਯਾ ਕਾਰਜ ਗੁਫਤੰ ਪੇਸ ਤੋਂ ਦਰ ਘੋਸ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬਿਆ ਪਰਵਦੀਗਾਰ ਦੁਨੀਆ ਮੁਕਾਮੀ ਫਾਨੀ ਤਹਿਕੀਕ ਦਿਲਦਾਨੀ। ਤੁਸੀਂ ਕਹੋਗੇ ਇਹ ਤਾਂ ਉਦੋਂ ਵੀ ਔਖਾ ਜੀ, ਤਾਂ ਹੀ ਅਸੀਂ ਡਰਦੇ ਪਾਠ ਨਹੀਂ ਕਰਦੇ, ਸਾਡੇ ਤੋਂ ਕਿਤੇ ਗਲਤੀ ਨਾ ਹੋ ਜਾਵੇ। ਅਸਲ ਵਿੱਚ ਤਾਂ ਵਿਦਵਾਨ ਉਸ ਨੂੰ ਮੰਨਿਆ ਜਾਂਦਾ ਹੈ ਜਿਹੜਾ ਵਿਦਵਾਨ ਸਾਹਮਣੇ ਬੈਠੀ ਸੰਗਤ ਨੂੰ ਇਸ ਤਰ੍ਹਾਂ ਦਾ ਐਕਸਪਲੇਨੇਸ਼ਨ ਦੇਵੇ ਕਿ ਇੱਕ ਇੱਕ ਅੱਖਰ ਉਹਨਾਂ ਦੇ ਹਿਰਦੇ ਵਿੱਚ ਵਸਦਾ ਜਾਵੇ। ਉਹਨੂੰ ਨਹੀਂ ਵਿਦਵਾਨ ਮੰਨਿਆ ਜਾਂਦਾ। ਬਾਣੀ ਤਾਂ ਪਹਿਲਾਂ ਹੀ ਸੰਗਤ ਕਹਿੰਦੀ ਬੜੀ ਔਖੀ ਹੈ, ਬੜੀ ਔਖੀ ਹੈ ਬਾਣੀ, ਤਾਂ ਪਹਿਲੇ ਨਹੀਂ ਸਮਝ ਆਉਂਦੀ, ਅਸੀਂ ਹੋਰ ਔਖੇ ਅਰਥ ਕਰ ਦਈਏ
ਤਾਂ ਸਾਧ ਸੰਗਤ ਤੁਸੀਂ ਕਹੋਗੇ ਉਦੋਂ ਵੀ ਔਖਾ ਕੰਮ ਹੋ ਗਿਆ ਹੈ। ਤਾਂ ਇਸ ਕਰਕੇ ਸਾਧ ਸੰਗਤ ਅਸੀਂ ਇਹ ਬਚਨ ਕਰਦੇ ਹਾਂ, ਇਸ ਤਰੀਕੇ ਸਿਰ ਅਰਥ ਹੋਣੇ ਚਾਹੀਦੇ ਨੇ, ਵਿਦਵਾਨ ਨੂੰ ਵੀ ਸਮਝ ਆ ਜਾਣ ਤੇ ਬਾਲਕ ਨੂੰ ਵੀ ਸਮਝ ਆ ਜਾਣ। ਸੋ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦੇ ਰਹੇ ਹਨ। ਗੋਪਾਲ ਦੱਤ ਪੰਡਤ ਨੂੰ ਕਹਿਣ ਲੱਗੇ, ਤੇਰੇ ਦਾਦੇ ਨੇ ਮਹਾਂਪੁਰਖਾਂ ਦੀ ਭਗਤੀ 'ਚ ਭੰਗਣਾ ਪਾ ਦਿੱਤੀ ਸੀ, ਜਿਹਦੇ ਕਰਕੇ ਉਹ ਸ਼ਰਾਪ ਦੇ ਗਏ, ਕਿਉਂ ਕੁੱਤੇ ਵਾਂਗੂ ਭੌਂਕੀ ਜਾਂਦਾ ਹੈ? ਤੂੰ ਸਾਨੂੰ ਨਾਮ ਨਹੀਂ ਜਪਣ ਦਿੰਦਾ, ਆਪ ਤੂੰ ਨਾਮ ਜਪਦਾ ਨਹੀਂ, ਆਪ ਤੈਨੂੰ ਹੰਕਾਰ ਹੈ ਕਿਤਾਬਾਂ ਪੜ੍ਹੀਆਂ ਦਾ। ਅਸੀਂ ਕਿਤਾਬਾਂ ਪੜ੍ਹਨੀਆਂ ਜਾਣਦੇ ਨਹੀਂ, ਅਸੀਂ ਤਾਂ ਵਾਹਿਗੁਰੂ ਮੰਤਰ ਜਾਂ ਉਸ ਵੇਲੇ ਰਾਮ ਰਾਮ ਕਹਿ ਲਓ, ਅਸੀਂ ਤਾਂ ਵਾਹਿਗੁਰੂ ਮੰਤਰ ਦਾ ਜਾਪ ਕਰਨ ਵਾਲੇ ਹਾਂ, ਕਿਉਂ ਡਿਸਟਰਬ ਕਰਦਾ ਸਾਨੂੰ? ਕਹਿੰਦਾ ਚੋਲਾ ਲਾ ਦਿਓ ਜੇ ਤੁਹਾਨੂੰ ਮੇਰੇ ਨਾਲ ਚਰਚਾ ਨਹੀਂ ਕਰਨੀ ਆਉਂਦੀ। ਸਾਧੂ ਬੋਲੇ ਸਹਿਜ ਸੁਭਾਏ, ਸਾਧੂ ਦਾ ਬੋਲਿਆ ਬਿਰਥਾ ਨਾ ਜਾਏ। ਬਚਨ ਕਰ ਦਿੱਤਾ, ਉਹ ਕਿਉਂ ਕੁੱਤੇ ਵਾਂਗੂ ਭੌਂਕਦਾ ਹੈ? ਆ ਜਨਮੇ ਦਾ ਕੁੱਤੇ ਦਾ ਪੈ ਗਿਆ, ਕੁੱਤੇ ਦਾ ਜਨਮ ਹੈ ਇਹਦਾ। ਗੁਰਮੰਤਰ ਹੀਣਸੇ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰੈ ਸੂਕਰੈ ਗਰਦਵੈ, ਕਾਕੈ ਸਰਪਨੈ ਤੁਲਖ ਲੈ। ਕਹਿੰਦੇ ਕਾਮਾਂ ਕੁੱਤਿਆਂ ਤੇ ਗਧਿਆਂ ਦੀ ਜੂਨੀ ਪੈਣਗੇ, ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ, ਜਿਹੜੇ ਕਿਸੇ ਸਾਧੂ ਸੰਤਾਂ ਦੇ ਚਰਨੀ ਨਹੀਂ ਲੱਗੇ, ਪੰਜ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲਈ, ਗੁਰੂ ਸਾਹਿਬ ਦੇ ਚਰਨੀ ਨਹੀਂ ਲੱਗੇ, ਨਿਤਨੇਮ ਨਹੀਂ ਕਰਦੇ, ਭਜਨ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਸਾਰਾ ਦਿਨ ਕ੍ਰੋਧ ਵਿੱਚ ਬਤੀਤ ਕਰਦੇ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉ ਕੰਚਨ ਸੁਹਾਗਾ ਢਾਲ ਹੈ। ਇਹ ਮਨ ਹਮੇਸ਼ਾ ਹੀ ਬਸ ਹੰਕਾਰ ਵਿੱਚ, ਕ੍ਰੋਧ ਵਿੱਚ, ਕਾਮ ਵਿੱਚ ਹੀ ਲੱਗਿਆ ਰਹਿੰਦਾ ਹੈ, ਫਿਰ ਤੇਰਾ ਭਲਾ ਕੌਣ ਕਰੇਗਾ ਸੱਜਣਾ? ਇਸ ਕਰਕੇ ਕਹਿੰਦੇ ਅਸੀਂ ਫਿਰ ਭਾਈ ਤੇਰੇ ਨਾਲ ਚਰਚਾ ਤਿਆਰ ਹਾਂ, ਤੇਰੇ ਨਾਲ ਚਰਚਾ ਕਰਨ ਵਾਸਤੇ। ਕਹਿੰਦਾ ਨਾ ਜੀ, ਮੈਂ ਚਰਚਾ ਨਹੀਂ ਕਰਨੀ, ਮੈਨੂੰ ਕਿਰਪਾ ਕਰਕੇ ਪੀਸ ਆਫ ਮਾਈਂਡ, ਮਨ ਦੀ ਸ਼ਾਂਤੀ ਦਾ ਉਪਦੇਸ਼ ਬਖਸ਼ੋ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ 4 ਸ਼ਬਦ ਉਚਾਰਨ ਕੀਤੇ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਬਿਭੂਖਣ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲਮਾਲਾ ਤਿਲਕ ਲਿਲਾਟੰ, ਦੋ ਧੋਤੀ ਬਸਤਰ ਕਪਾਟੰ, ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਕਹੋ ਨਾਨਕ ਨਿਸ਼ਚੋ ਧਿਆਵੈ, ਬਿਨ ਸਤਿਗੁਰ ਬਾਟ ਨਾ ਪਾਵੈ। ਇਹ ਸ਼ਬਦਾਂ ਦਾ ਜਾਪ ਸਤਿਗੁਰਾਂ ਨੇ 4 ਸ਼ਬਦਾਂ ਦਾ ਇਹਨਾਂ ਦੇ ਪਿਤਾ ਗੋਪਾਲ ਦੱਤ ਪੰਡਤ ਨੂੰ ਦੇ ਦਿੱਤਾ ਸੀ, ਇਹ ਦਾਦੇ ਨੂੰ ਦੇ ਦਿੱਤਾ ਸੀ। ਉਸ ਤੋਂ ਬਾਅਦ ਦਾਦਾ ਵੀ ਚਲਿਆ ਗਿਆ, ਇਹਨਾਂ ਦਾ ਪਿਤਾ ਵੀ ਚਲਿਆ ਗਿਆ। ਇਹ ਹੁਣ 2 ਭਰਾ ਨੇ, ਹਰੀ ਲਾਲ ਤੇ ਕ੍ਰਿਸ਼ਨ ਲਾਲ। ਇਹਨਾਂ ਦਾ ਆਪਣੇ ਬਜ਼ੁਰਗਾਂ ਦੇ ਨਾਲ ਅੰਤਾਂ ਦਾ ਪਿਆਰ ਹੈ। ਜਿਵੇਂ ਤੁਸੀਂ ਆਮ ਕਹਿ ਦਿੰਦੇ ਹੋ ਮੂਲ ਨਾਲੋਂ ਵਿਆਜ ਪਿਆਰਾ, ਬਜ਼ੁਰਗ ਆਪਣੇ ਪੋਤੇ ਪੋਤੀਆਂ, ਦੋਤੇ ਦੋਤੀਆਂ ਨੂੰ ਬੜਾ ਹੀ ਪ੍ਰੇਮ ਕਰਦੇ ਹੁੰਦੇ ਹੈ। ਇਵੇਂ ਕਿਵੇਂ ਗੋਪਾਲ ਦੱਤ ਪੰਡਤ ਤੇ ਉਸ ਦਾ ਪੁੱਤਰ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਬੜਾ ਹੀ ਪਿਆਰ ਕਰਦਾ ਸੀ। ਜਦੋਂ ਸੰਸਾਰ ਤੋਂ ਰੁਖਸਤ ਹੋਏ, ਹਰੀ ਲਾਲ ਤੇ ਕ੍ਰਿਸ਼ਨ ਲਾਲ ਤੋਂ ਬੈਰਾਗ ਠੱਲਿਆ ਨਾ ਗਿਆ, ਅੰਤਾਂ ਦਾ ਬੈਰਾਗ ਆ ਗਿਆ। ਮਨ ਨੂੰ ਸ਼ਾਂਤ ਕਰਨ ਵਾਸਤੇ ਬੜੇ ਗ੍ਰੰਥ ਪੜ੍ਹੀ ਜਾ ਰਹੇ ਹਨ, ਪਰ ਮਨ ਸ਼ਾਂਤ ਨਹੀਂ ਹੋ ਰਿਹਾ। ਕਿਤਾਬਾਂ ਮਨ ਨੂੰ ਸ਼ਾਂਤ ਨਹੀਂ ਕਰ ਸਕਦੀਆਂ, ਇਸ ਜੀਵ ਨੂੰ ਗਿਆਨ ਦੇ ਸਕਦੀਆਂ ਹਨ। ਮਨ ਨੂੰ ਸ਼ਾਂਤ ਕੌਣ ਕਰੇਗਾ? ਬਿਨਾਂ ਗੁਰਾਂ ਦੇ ਸ਼ਾਂਤ ਨਾ ਹੋਵੇ। ਗੁਰੂ ਤੋਂ ਬਿਨਾਂ ਸ਼ਾਂਤੀ ਕਿੱਥੇ? ਮਹਾਂਪੁਰਸ਼ਾਂ ਦੇ ਪ੍ਰਵਚਨਾਂ ਤੋਂ ਬਿਨਾਂ ਸ਼ਾਂਤੀ ਕਿੱਥੇ? ਇਹ ਮਨ ਸਾਡਾ ਪਟ ਵਿੱਚ ਪਏ ਦਾਣੇ ਵਾਂਗੂ ਭੁੱਜ ਰਿਹਾ ਹੈ। ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਬਰੈ, ਤਿਤੈ ਲਿਖੋ ਉਬਾਰ। ਹੇ ਮਹਾਰਾਜ, ਇਸ ਸੰਸਾਰ ਦੇ ਉੱਤੇ ਕੋਈ ਸੰਸਾਰ ਦੇ ਉੱਤੇ ਰਾਜੇ ਲੜ ਰਹੇ ਹਨ, ਦੇਸ਼ ਆਪਸ ਵਿੱਚ ਲੜ ਰਹੇ ਹਨ, ਦੇਸ਼ ਦੀ ਸਰਕਾਰ ਲੜ ਰਹੀ ਹੈ, ਦੁੱਖ ਦੇ ਰਹੀ ਹੈ, ਗਰੀਬ ਮਜ਼ਦੂਰਾਂ ਨੂੰ, ਗਰੀਬ ਕਿਸਾਨਾਂ ਨੂੰ ਦੁੱਖ ਦੇ ਰਹੀ ਹੈ। ਕਿਸੇ ਦੇ ਪਿੰਡ ਲੜ ਰਹੇ ਹਨ, 2-2 ਪਾਰਟੀਆਂ ਹੋ ਗਈਆਂ, ਆਪਸ ਵਿੱਚ ਲੜਾਈਆਂ, ਕਿਸੇ ਦੇ ਘਰਾਂ 'ਚ ਲੜਾਈਆਂ ਹੋ ਰਹੀਆਂ ਹਨ। ਹੁਣ ਜੇਕਰ ਆਪਾਂ ਵਿਚਾਰੀਏ ਤਾਂ ਇੱਕ ਵਿਦਵਾਨ ਸੱਜਣ ਨੇ ਕਹਿਣਾ ਕੀਤਾ,
ਕਹਿੰਦੇ ਵੀ ਕਿਰਪਾ ਕਰਕੇ ਦੱਸੋ 4 ਪ੍ਰਕਾਰ ਦਾ ਨਰਕ ਕਿਹੜਾ ਹੁੰਦਾ ਹੈ, ਨਰਕ ਦੱਸੋ। ਹੁਣ ਵਿਦਵਾਨ ਸੱਜਣ ਨੂੰ ਜਦੋਂ ਪੁੱਛਿਆ, ਵਿਦਵਾਨ ਫਿਰ ਆਪਣੀ ਕਲਮ ਦੇ ਨਾਲ ਲਿਖ ਕੇ ਦੱਸਦਾ ਹੁੰਦਾ। ਕਹਿੰਦਾ ਪਹਿਲਾ ਨਰਕ 3 ਤਰ੍ਹਾਂ ਦਾ ਸਵਰਗ ਹੈ, 4 ਤਰ੍ਹਾਂ ਦਾ ਨਰਕ ਹੈ। ਜਿਹਦੇ ਘਰ ਦੇ ਵਿੱਚ ਕੰਡਿਆਂ ਵਾਲਾ ਦਰਖਤ ਲੱਗਿਆ ਹੋਇਆ ਹੈ, ਆਉਂਦੇ ਜਾਂਦਿਆਂ ਦੇ ਪੈਰਾਂ 'ਚ ਕੰਡੇ ਵੱਜਦੇ ਨੇ, ਉਹ ਵੀ ਨਰਕ ਹੀ ਭੋਗਦਾ ਹੈ। ਜਿਹਦਾ ਪੁੱਤਰ ਜਾਂ ਧੀ ਨਲਾਇਕ ਨਿਕਲ ਗਿਆ, ਉਹ ਵੀ ਨਰਕ ਹੀ ਭੋਗਦਾ ਹੈ। ਕਿੱਕਰ ਘਰ, ਕਪੁੱਤ ਘਰ, ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ, ਨਰਕ ਨਿਸ਼ਾਨੀ 4। ਕਹਿੰਦੇ ਜਿਹਦੇ ਘਰ ਵਿੱਚ ਕੰਡੇ ਬੀਜੇ ਹੋਏ ਹਨ, ਲੰਘਦਾ ਹੈ, ਆਉਂਦਾ ਹੈ, ਜਾਂਦਾ ਹੈ, ਕੰਡੇ ਕਦੇ ਪੱਗ ਵਿੱਚ, ਕਦੇ ਪੈਰਾਂ ਵਿੱਚ, ਕਦੇ ਮੋਢਿਆਂ 'ਤੇ ਲੱਗਦੇ ਹਨ। ਕੋਈ ਗੱਡੀ ਮੋਟਰ ਲੰਘਦੀ, ਅੰਦਰ ਬਾਹਰ ਜਾਂਦੇ, ਟਾਇਰ ਵਿੱਚ ਲੱਗ ਜਾਂਦਾ ਹੈ, ਪੈਂਚਰ ਹੋ ਜਾਂਦਾ ਹੈ। ਪਹਿਲਾ ਸਭ ਤੋਂ ਵੱਡਾ ਨਰਕ ਹੈ ਜਿਹਦੇ ਆਉਂਦੇ ਜਾਂਦੇ ਦੇ ਘਰ ਦੇ ਵਿੱਚੋਂ ਹੀ ਪੈਰਾਂ 'ਚ, ਸਿਰ 'ਚ ਕੰਡੇ ਵੱਜਦੇ ਹੋਣ। ਘਰੇ ਕਿੱਕਰ ਦਾ ਕੰਡਿਆਂ ਵਾਲਾ ਦਰਖਤ ਨਹੀਂ ਚਾਹੀਦਾ। ਦੂਜਾ ਕਹਿੰਦੇ ਕਿੱਕਰ ਘਰ, ਕਪੁੱਤ ਘਰ, ਜਿਹਦਾ ਪੁੱਤ ਨਲਾਇਕ ਨਿਕਲ ਜੇ, ਧੀ ਨਲਾਇਕ ਨਿਕਲ ਜੇ। ਅੱਜ ਕੱਲ੍ਹ ਰਿਵਾਜ ਹੈ, ਬੜੀ ਤੱਤੀ ਹਵਾ ਵਗਦੀ ਹੈ, ਬੜੇ ਚਾਵਾਂ ਤੇ ਲਾਡਾਂ ਦੇ ਨਾਲ ਅਸੀਂ ਬੱਚਿਆਂ ਨੂੰ ਪਾਲਦੇ ਹਾਂ, ਪਨੋਸਦੇ ਹਾਂ। ਇੱਕ ਸਮਾਂ ਹੈ ਜਾਤੋਂ ਕਜਾਤ ਬੱਚੇ ਇੱਕ ਦੂਜੇ ਨੂੰ ਲਿਆ ਕੇ ਅੱਗੇ ਖੜੇ ਕਰ ਦਿੰਦੇ ਨੇ, ਇਹਦੇ ਨਾਲ ਹੀ ਵਿਆਹ ਕਰਾਉਣਾ। ਲਓ ਜੀ, ਹੁਣ ਤੁਸੀਂ ਸਾਡਾ, ਹੁਣ ਤੱਕ ਅਸੀਂ ਤੁਹਾਡੀ ਮੰਨਦੇ ਆਏ, ਅੱਜ ਤੁਸੀਂ ਸਾਡੀ ਮੰਨੋ, ਇਹਦੇ ਨਾਲ ਹੀ ਕਰਾਉਣਾ। ਕਿਤੇ ਕਿਤੇ ਲੋਕ ਰਾਜੀ ਹੋ ਜਾਂਦੇ ਹਨ, ਕਿਤੇ ਕਿਤੇ ਫਿਰ ਉੱਥੇ ਕਿੰਨਾ ਕੁਝ ਹੁੰਦਾ। ਘਰੋਂ ਦੌੜ ਜਾਣਾ, ਬਾਹਰ ਹੀ ਰਹਿਣਾ, ਫਿਰ ਪੁਲਿਸ ਨੂੰ ਕੰਪਲੇਨ ਕਰ ਦੇਣੀ, ਫਿਰ ਕੋਰਟ ਮੈਰਿਜ ਹੋ ਜਾਣੀ ਮਾਂ ਪਿਓ ਤੋਂ ਬਿਨਾਂ ਹੀ। ਇਹ ਵੀ ਇੱਕ ਨਰਕ ਦੀ ਨਿਸ਼ਾਨੀ ਹੈ ਕਿ ਅਸੀਂ ਕਿਹਦੇ ਅੱਗੇ ਸਿਰ ਉੱਚਾ ਕਰਕੇ ਤੁਰਾਂਗੇ, 2-2 ਟਕੇ ਦੇ ਲੋਕ ਸਾਡੀ ਬੇਇੱਜ਼ਤੀ ਕਰਨਗੇ। ਇਹ ਵੀ ਨਰਕ ਹੀ ਹੈ। ਅੱਗੇ ਦੱਸਦੇ ਹਨ ਘਰ ਕੁਲੱਖਣੀ ਨਾਰ, ਜਿਹਦਾ ਪਤੀ ਕਹਿਣਾ ਨਹੀਂ ਮੰਨਦਾ, ਜਿਹਦੀ ਪਤਨੀ ਕਹਿਣਾ ਨਹੀਂ ਮੰਨਦੀ, ਘਰ ਵਿੱਚ ਰੋਜ਼ ਕਲੇਸ਼ ਹੈ, ਇਹ ਨਰਕ ਹੈ ਭਾਈ। ਕਿੱਥੇ ਤਾਂ ਦੋਨੋਂ ਪਤੀ ਪਤਨੀ ਨੇ ਸਵੇਰੇ ਜਲਦੀ ਉੱਠਣਾ, ਇਸ਼ਨਾਨ ਪਾਨ ਕਰਨਾ, ਬਾਬਾ ਜੀ ਵਾਲੇ ਕਮਰੇ ਵਿੱਚ ਬੈਠ ਕੇ ਭਜਨ ਕਰਨਾ, ਭਜਨ ਤੋਂ ਵਿਹਲੇ ਹੋ ਕੇ ਗੁਰਦੁਆਰਾ ਸਾਹਿਬ ਜਾਣਾ, ਸਤਿਗੁਰਾਂ ਦਾ ਦਰਸ਼ਨ ਦੀਦਾਰ ਕਰਨਾ, ਸੰਗਤਾਂ ਨੂੰ ਨਮਸਕਾਰਾਂ ਕਰਨੀਆਂ, ਸੰਗਤਾਂ ਦੇ ਜੋੜੇ ਸਾਫ਼ ਕਰਨੇ, ਉਹ ਵਸਤਰ ਆਪਣੇ ਮੱਥੇ ਨੂੰ ਲਾਉਣਾ। ਧੂੜੀ ਨੇ ਲੇਖ ਮਟਾਤਾ ਮਾੜੇ ਕਰਮਾਂ ਦਾ, ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਏ। ਉਹ ਐ ਚੱਕ ਕੇ ਸੰਗਤਾਂ ਦੀ ਚਰਨ ਧੂੜੀ ਮੱਥੇ ਨੂੰ ਲਾ ਲੈਣੀ, ਪਾਪ ਕਰਮ ਕੱਟੇ ਜਾਣੇ। ਇੱਕ ਉਹ ਵੀ ਪਰਿਵਾਰ ਨੇ, ਇੱਕ ਉਹ ਵੀ ਪਰਿਵਾਰ ਹੈ ਜਿਹੜੇ ਸਵੇਰੇ ਉੱਠਦੇ ਸਾਰ ਇੱਕ ਦੂਜੇ ਨੂੰ ਗਾਲੀ ਗਲੋਚ ਕਰਦੇ ਹਨ, ਇੱਕ ਦੂਜੇ ਦੇ ਨਾਲ ਬੁਰਾ ਵਿਵਹਾਰ ਕਰਦੇ ਹਨ। ਸਾਧ ਸੰਗਤ ਤੋਂ ਨਰਕ ਹੀ ਭੋਗਦੇ ਨੇ ਵਿਚਾਰੇ। ਕੋਈ ਜੀਵਨ ਥੋੜ੍ਹਾ ਹੁੰਦਾ, ਨਾ ਕੋਈ ਸਲਾਹ ਮਸ਼ਵਰਾ, ਨਾ ਕਿਤੇ ਆਉਣ ਜਾਣ ਦੀ ਸਲਾਹ, ਨਾ ਭਜਨ ਕਰਨਾ ਇਕੱਠੇ ਬੈਠ ਕੇ, ਨਾ ਦਾਨ ਪੁੰਨ ਕਰਨਾ, ਲੜਾਈ 'ਚ ਜੀਵਨ ਬਤੀਤ ਹੋਣਾ। ਜੇ ਡੈਫੀਨੇਸ਼ਨ ਦੇਖੀ ਜਾਵੇ, ਸਤਿਗੁਰੂ ਕਹਿੰਦੇ ਧਨ ਫਿਰ ਇਹ ਨਾ ਆਖੀਐ, ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀਐ ਸੋਏ। ਕਹਿੰਦੇ ਪਤੀ ਅਤੇ ਪਤਨੀ ਉਸ ਨੂੰ ਨਾ ਮੰਨੋ ਜੋ ਫੰਕਸ਼ਨ ਜਾਂ ਪਾਰਟੀ ਵਿੱਚ ਜਾ ਕੇ ਇੱਕੋ ਪਲੇਟ 'ਚ ਭੋਜਨ ਛਕਦੇ ਹੈ, ਇਕੱਠੇ ਬੈਠੇ ਜਾਂਦੇ ਗੱਡੀ ਮੋਟਰ 'ਤੇ। ਅਸਲੀ ਉਹਨਾਂ ਨੂੰ ਮੰਨੋ ਚਾਹੇ ਸੈਂਕੜੇ ਮੀਲ ਦੂਰ ਰਹਿੰਦੇ ਹੋਣ ਇੱਕ ਦੂਜੇ ਤੋਂ, ਵਿਚਾਰਧਾਰਾ ਇੱਕ ਹੋਵੇ। ਉਧਰ ਕੋਈ ਬੰਦਾ ਗੱਲ ਸੋਚਦਾ, ਇੱਧਰ ਫੋਨ ਤੇ ਗੱਲ ਕਰੇ, ਉਹ ਕਵੇ ਮੈਂ ਵੀ ਇਹੀ ਗੱਲ ਸੋਚਦੀ ਹਾਂ। ਮਤਲਬ ਦੋਨੋਂ ਜਾਣਿਆਂ ਦੀ ਵਿਚਾਰਧਾਰਾ ਇੱਕ ਹੋਵੇ, ਰਹਿੰਦੇ ਚਾਹੇ ਸੈਂਕੜੇ ਕਿਲੋਮੀਟਰ ਦੂਰ ਹੋਣ। ਹੁਣ ਰਹਿੰਦੇ ਇਕੱਠੇ ਨੇ, ਇੱਕ ਕਮਰੇ 'ਚ, ਇੱਕ ਬੈੱਡ 'ਤੇ ਬਣਦੀ ਬਿਲਕੁਲ ਨਹੀਂ, ਪਿੱਠ ਕਰਕੇ ਸੌਂਦੇ, ਸਲਾਹ ਮਸ਼ਵਰਾ ਕੋਈ ਨਹੀਂ, ਲੜਾਈ ਝਗੜਾ ਅੰਤਾਂ ਦਾ ਹੈ। ਉਹ ਕੋਈ ਜ਼ਿੰਦਗੀ ਥੋੜ੍ਹੋ ਹੈ, ਉਹ ਤਾਂ ਟਾਈਮ ਦੀ ਪੂਰਤੀ ਕਹਿ ਲਓ, ਜੂਨ ਪੂਰੀ ਕਹਿ ਲਓ, ਬਜ਼ੁਰਗਾਂ ਦੀ ਬੋਲੀ ਹੈ। ਇਸ ਕਰਕੇ ਵਿਦਵਾਨ ਨੇ ਕਹਿ ਦਿੱਤਾ
ਕਿੱਕਰ ਘਰ ਇਹ ਵੀ ਮਾੜੀ ਨਰਕ ਹੈ, ਕਪੁੱਤ ਕਰ ਇਹ ਵੀ ਮਾੜੀ ਨਰਕ ਹੈ, ਘਰ ਕੁਲੱਖਣੀ ਨਾਰ। ਉਹਨੇ ਇੱਕ ਦਾ ਨਾਮ ਲਿਖਿਆ ਸੀ, ਦੋਨਾਂ ਵਾਰੀ ਦੱਸਤਾ, ਪਤਨੀ ਨਲਾਇਕ ਜਾਂ ਪਤੀ ਨਲਾਇਕ। ਘਰ ਕੁਲੱਖਣੀ ਨਾਰ, ਚੌਥੇ ਮੈਲੇ ਕੱਪੜੇ ਨਰਕ ਨਿਸ਼ਾਨੀ 4। ਚੌਥੇ ਨੰਬਰ ਤੇ ਕਹਿਤਾ ਤੂੰ ਆਪ ਦੇ ਕੱਪੜੇ ਵੀ ਨਹੀਂ ਸਾਫ਼ ਪਾ ਸਕਦਾ, ਤੂੰ ਧੋਤੇ ਵਸਤਰ ਨਹੀਂ ਪਾ ਸਕਦਾ, ਸਿਰ ਤੇ ਵਸਤਰ ਤੇਰੇ ਮੁਕਟ ਸਜਾਇਆ, ਤੇਰੇ ਸਿਰ ਦੇ ਉੱਤੇ ਦਸਤਾਰਾ ਸਜਾਇਆ, ਇਹ ਵੀ ਨਹੀਂ ਤੂੰ ਧੋ ਕੇ ਬੰਨ੍ਹ ਸਕਦਾ, ਤੂੰ ਸਰੀਰ ਦੀ ਸਾਫ਼ ਸਫਾਈ ਨਹੀਂ ਰੱਖ ਸਕਦਾ, ਇਹ ਵੀ ਤੇਰਾ ਨਰਕ ਹੈ। ਅਸੀਂ ਆਪਣੀ ਬੋਲੀ 'ਚ ਉਹਨੂੰ ਘੋਰੀ ਸ਼ਬਦ ਵਰਤਦੇ ਹਾਂ। ਘੋਰੀ ਹੈ ਤੂੰ, ਘੋਰੀ, ਨਹਾਉਂਦਾ ਨਹੀਂ 3-3 ਦਿਨ, 5-5 ਦਿਨ ਐਵੇਂ ਲੰਘ ਜਾਂਦੇ, ਮੁਸ਼ਕ ਤੇਰੇ 'ਚੋਂ ਮਾਰਦੀ। ਇਹ ਵੀ ਇੱਕ ਨਰਕ ਦੀ ਨਿਸ਼ਾਨੀ ਹੈ। ਹੁਣ ਆਪਣੇ ਵਰਗਿਆਂ ਨੇ ਕਿਹਾ, ਮਹਾਂਪੁਰਸ਼ੋ ਕਿੰਨੇ ਸੋਹਣੇ ਬਚਨ ਤੁਸੀਂ ਕਰਦੇ ਹੋ, ਕਿਰਪਾ ਕਰਕੇ ਸਵਰਗ ਦੀਆਂ ਗੱਲਾਂ ਵੀ ਦੱਸ ਦਿਓ। 4 ਨਰਕ ਤਾਂ ਦੱਸ ਤੇ ਸਵਰਗ। ਵਿਦਵਾਨ ਕਹਿੰਦਾ ਬੇਟਾ ਪਹਿਲਾ ਸੁੱਖ ਨਿਰੋਗੀ ਕਾਇਆ, ਸਰੀਰ ਨੂੰ ਕੋਈ ਰੋਗ ਨਾ ਲੱਗਿਆ ਹੋਵੇ। ਜਿਹਦੇ ਸਰੀਰ ਨੂੰ ਰੋਗ ਲੱਗ ਗਿਆ, ਕਿਸੇ ਦੂਜੇ ਤੇ ਡਿਪੈਂਡ ਕਰਦਾ ਹੈ, ਮੈਨੂੰ ਕੋਈ ਰੋਟੀ ਹੋਈ ਦੇ ਦੇਵੇ, ਮੇਰੀ ਕੋਈ ਕਿਰਿਆ ਕਰਵਾ ਦੇਵੇ, ਲੈਟਰਿੰਗ ਬਾਥਰੂਮ ਜਾਣਾ ਕੋਈ ਆ ਕੇ ਮੈਨੂੰ ਕਰਵਾਵੇ, ਉਹ ਤਾਂ ਸਾਧ ਸੰਗਤ ਨਰਕ ਹੁੰਦਾ ਹੈ। ਜਿਹਦੇ ਸਰੀਰ ਤੇ ਕੋਈ ਕਸ਼ਟ ਆ ਗਿਆ, ਮੰਨ ਲਓ ਕਿਸੇ ਨੂੰ ਦੀਂਦਾ ਨਹੀਂ ਵਿਚਾਰਾ, ਅੰਧਲਾ ਪੁਰਸ਼ ਹੈ, ਕਿਸੇ ਤੇ ਡਿਪੈਂਡ ਕਰੇਗਾ, ਕਿਸੇ ਨੂੰ ਸੁਣਦਾ ਨਹੀਂ ਵਿਚਾਰੇ ਨੂੰ, ਇਹ ਜ਼ਿੰਦਗੀ ਦਾ ਕੀ ਪਤਾ, ਇਹ ਸੰਸਾਰ ਦਾ ਕਿਆ ਪਤਾ। ਅੱਜ ਕੱਲ੍ਹ ਕਿੰਨੇ ਤਰ੍ਹਾਂ ਦੇ ਰੋਗ ਨੇ। ਇਸ ਕਰਕੇ ਵਿਦਵਾਨ ਸੱਜਣ ਕਹਿੰਦਾ ਪਹਿਲਾ ਸੁੱਖ ਦੁਨੀਆ ਦਾ ਕਿਹੜਾ? ਵੱਡੀ ਕੋਠੀ ਸੁੱਖ ਨਹੀਂ ਹੈ, ਵੱਡੀ ਗੱਡੀ ਨਹੀਂ ਸੁੱਖ। ਵਿਦੇਸ਼ਾਂ 'ਚ ਕਈ ਕਹਿੰਦੇ ਨੇ ਕੈਨੇਡਾ ਚਲਿਆ ਜਾਵਾਂ ਸੁਖੀ ਹੋ ਜਾਊਂਗਾ, ਅਮਰੀਕਾ ਚਲਿਆ ਜਾਵਾਂ, ਉਹਨਾਂ ਨੂੰ ਪੁੱਛ ਲਓ ਥੋਤੋਂ ਵੱਧ ਦੁਖੀ ਨੇ। ਸਵੇਰੇ ਸ਼ਾਮ ਉਹਨਾਂ ਦੇ ਫੋਨਾਂ ਤੋਂ ਹੀ ਸਾਡਾ ਤਾਂ ਸਵੇਰਾ ਸ਼ੁਰੂ ਹੁੰਦਾ, ਉਹਨਾਂ ਦੇ ਫੋਨਾਂ ਤੋਂ ਹੀ ਸਾਡੀ ਰਾਤ ਸ਼ੁਰੂ ਹੁੰਦੀ ਹੈ। ਇੰਨੇ ਕੁ ਦੁਖੀ। ਆਪਾਂ ਸੁਖੀ ਤਾਂ ਹਾਂ, ਘੱਟੋ ਘੱਟ ਆਰਾਮ ਨਾਲ ਸੌਂ ਜਾਂਦੇ, ਆਰਾਮ ਨਾਲ ਉੱਠ ਖੜ੍ਹਦੇ। ਉਹ ਤਾਂ ਸ਼ਿਫਟਾਂ ਹੀ 3-3 ਲਾਉਂਦੇ ਨੇ, ਉਹਨਾਂ ਕੋਲ ਤਾਂ ਨੀਂਦ ਹੀ ਹੈ ਨਹੀਂ, ਇਕੱਲਾ ਪੈਸਾ ਹੀ ਹੈ। ਪੈਸੇ ਨਾਲ ਕੋਈ ਸੁਖੀ ਹੋ ਜਾਊਗਾ? ਇੱਕ ਬੰਦਾ ਕਹਿੰਦਾ ਭਗਵਾਨ ਦੀ ਆਰਾਧਨਾ ਕੀਤੀ, ਆਰਾਧਨਾ ਕਰਕੇ ਕਹਿੰਦਾ ਭਗਵਾਨ ਤੇਰਾ ਮੈਂ ਨਾਮ ਜਪਿਆ, ਤੇਰੀ ਮੈਂ ਬੰਦਗੀ ਕੀਤੀ ਹੈ, ਕਰੋ ਕਿਰਪਾ। ਭਗਵਾਨ ਕਹਿੰਦੇ ਮੈਂ ਬੜਾ ਪ੍ਰਸੰਨ ਹਾਂ ਤੇਰੇ ਤੇ, ਮੰਗ ਕੀ ਮੰਗਦਾ? ਕਹਿੰਦਾ ਮਹਾਰਾਜ ਮੈਂ ਚਾਹੁੰਦਾ ਮਿੱਟੀ ਨੂੰ ਵੀ ਹੱਥ ਪਾਵਾਂ ਸੋਨਾ ਬਣ ਜਵੇ, ਜਿੱਥੇ ਐ ਮੇਰੇ ਕੋਲ ਜਿਹੜੀ ਚੀਜ਼ ਹੋਵੇ ਨਾ ਸੋਨਾ ਹੋਵੇ, ਸੋਨਾ। ਉਹ ਕਹਿੰਦੇ ਤਥਾਸਤੂ, ਪਰ ਮਾੜੀ ਮੰਗ ਲਈ ਤੂੰ, ਕੋਈ ਹੋਰ ਮੰਗ ਲੈ, ਨਾਮ ਮੰਗ ਲੈ, ਕੋਈ ਸਿਮਰਨ, ਕੋਈ ਮਨ ਦੀ ਸ਼ਾਂਤੀ ਮੰਗਾਂਗੇ। ਪਹਿਲਾਂ ਸੋਨਾ ਦੇ, ਪਹਿਲਾਂ ਪੈਸਾ ਦੇ, ਮਹਾਰਾਜ ਜਦੋਂ ਬੁੜੇ ਹੋ ਗਏ ਫਿਰ ਵਾਹਿਗੁਰੂ ਕਰ ਲਿਆ ਕਰਾਂਗੇ। ਉਹ ਕਹਿੰਦੇ ਕੋਈ ਨਾ, ਅਸੀਂ ਤਥਾਸਤੂ ਕਹਿਤਾ, ਦਾਤ ਤੈਨੂੰ ਦੇਤੀ, ਪਰ ਜੇ ਤੈਨੂੰ ਇਹ ਦਾਤ ਫਿੱਟ ਨਾ ਬੈਠੀ ਨਾ, ਅਸੀਂ ਫਿਰ ਆ ਜਾਾਂਗੇ, ਤੂੰ ਬੇਨਤੀ ਕਰ ਲਈ, ਤੇਰੀ ਇੱਛਾ ਫਿਰ ਪੂਰੀ ਕਰ ਦਿਆਂਗੇ। ਕਹਿੰਦਾ ਜਿਹਦੇ ਕੋਲ ਸੋਨਾ ਹੋਊਗਾ ਉਹਨੇ ਰੱਬ ਤੋਂ ਕੀ ਲੈਣਾ? ਸੋਨਾ ਹੀ ਰੱਬ ਹੈ ਅੱਜ ਦੇ ਜ਼ਮਾਨੇ 'ਚ, ਪੈਸਾ ਹੀ ਰੱਬ ਹੈ, ਪੈਸੇ ਹੀ ਭਗਵਾਨ ਹੈ। ਕਹਿੰਦੇ ਤੂੰ ਲੈ ਕੇ ਤਾਂ ਦੇਖ ਸੋਨਾ, ਜੇ ਲੋੜ ਪੈ ਗਈ ਆ ਜਾਾਂਗੇ ਫਿਰ ਅਸੀਂ। ਕਹਿੰਦਾ ਠੀਕ ਹੈ ਮਹਾਰਾਜ। ਘਰੇ ਚਲਿਆ ਗਿਆ, ਜਾ ਕੇ ਆਪਦੇ ਬੈੱਡ ਨੂੰ ਹੱਥ ਲਾਤਾ, ਬੈੱਡ ਸੋਨੇ ਦਾ ਬਣ ਗਿਆ, ਚਾਹ ਨਹੀਂ ਚੱਕਿਆ ਜਾਂਦਾ। ਕਮਾਲ ਹੋ ਗਈ, ਅੱਜ ਤੋਂ ਮੈਂ ਸੋਨੇ ਦੇ ਬੈੱਡ ਤੇ ਸੋਇਆ ਕਰਾਂਗਾ। ਕੰਧਾਂ ਨੂੰ ਹੱਥ ਲਾਈ ਜਾਂਦਾ, ਕੰਧਾਂ ਸੋਨੇ ਦੀਆਂ ਬਣ ਗਈਆਂ। ਇੰਨਾ ਚਾਹ ਪਾਟਣ ਤੇ ਆ ਗਿਆ, ਇੰਨੀ ਖੁਸ਼ੀ, ਇੰਨਾ ਚਾਹ, ਉਹ ਤਾਂ ਕਮਾਲ ਹੀ ਹੋ ਗਈ। ਮੇਰਾ ਬੈੱਡ ਵੀ ਸੋਨੇ ਦਾ, ਮੇਰਾ ਘਰ ਵੀ ਸੋਨੇ ਦਾ ਬਣ ਗਿਆ। ਹੁਣ ਜਦੋਂ ਰਸੋਈ 'ਚ ਗਿਆ, ਕਹਿੰਦਾ ਕੁਛ ਖਾ ਪੀ ਲਈਏ। ਸਿਓ ਚੱਕਿਆ ਸੇਬ, ਜਦੋਂ ਇਹ ਹੱਥ ਲਾਇਆ ਉਹ ਵੀ ਸਿਓ ਵੀ ਸੋਨੇ ਦਾ ਬਣ ਗਿਆ। ਕਹਿੰਦਾ ਉਹ ਆਹ ਕੀ ਹੋ ਗਿਆ? ਪਾਣੀ ਦਾ ਗਲਾਸ ਭਰਿਆ, ਉਹ ਵੀ ਸੋਨੇ ਦਾ, ਵਿੱਚ ਪਾਣੀ ਉਹ ਵੀ ਸੋਨੇ ਦਾ। ਕਹਿੰਦਾ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਗਿਆ, ਇੰਨਾ ਸੋਨਾ, ਇੰਨਾ ਸੋਨਾ। ਹੁਣ ਉਹ ਉਡੀਕਦਾ ਸੀ ਮੇਰਾ ਪਰਿਵਾਰ ਆਵੇ। ਬੇਟੀ ਬਾਹਰੋਂ ਪੜ੍ਹ ਕੇ ਆਈ, ਕਹਿੰਦੀ ਬਾਪੂ ਆਹ ਚਮਕ ਕਾਹਦੀ ਪੈਂਦੀ? ਕਹਿੰਦਾ ਪੁੱਤ ਸੋਨਾ ਹੀ ਸੋਨਾ, ਦੇਖ ਮੇਰਾ ਬੈੱਡ ਸੋਨਾ, ਮੇਰਾ ਘਰ ਸੋਨਾ। ਉਹ ਕਹਿੰਦੀ ਬਾਪੂ ਇੰਨਾ ਸੋਨਾ? ਘੁੱਟ ਕੇ ਜੱਫੀ ਪਾਈ ਬੇਟੀ ਨੂੰ ਚਾਚ, ਬੇਟੀ ਵੀ ਸੋਨਾ।
घर वाली आई कहती महाराज इन्ना सोना आ तां कमाल हो गई। कहंदा परे रह मैनू हथ ना लाई। ओहो जिन्ना वास्ते धन पदार्थ कमाउंदा सी ਉਹਨੂੰ ਕਹਿੰਦਾ ਪਿੱਛੇ ਹਟ ਜਾ, ਹੱਥ ਨਾ ਲਾਈ ਮੈਨੂੰ, ਤੂੰ ਸੋਨੇ ਦੀ ਬਣ ਜਾਏਗੀ। ਕਹਿੰਦੀ ਬਣਾ ਸੋਨੇ ਦੀ, ਮੈਂ ਤਾਂ ਤੈਨੂੰ ਕਹਿੰਦੀ ਹੁੰਦੀ ਸੀ ਇੱਕ ਚੂੜੀਓ ਹੀ ਲੈ ਦੇ ਸੋਨੇ ਦੀ, ਆ ਬਾਲੀਆਂ ਲੈ ਦੇ ਸੋਨੇ ਦੀਆਂ, ਤੂੰ ਲਾ ਹੱਥ ਮੈਨੂੰ। ਕਹਿੰਦਾ ਨਾ ਭਗਵਾਨ ਨੇ ਪਰੇ ਹਟ ਜਾ, ਮੈਂ ਤੈਨੂੰ ਹੱਥ ਨਹੀਂ ਲਾਉਣਾ, ਤੂੰ ਸੋਨੇ ਦੀ ਬਣ ਜਾਏਗੀ। ਇਹ ਸਾਰਾ ਕੁਛ ਕਿਹਦੇ ਵਾਸਤੇ? ਆ ਦੇਖ ਮੈਂ ਬੇਟੀ ਨੂੰ ਘੁੱਟ ਕੇ ਗਲਵੱਕੜੀ 'ਚ ਲੈ ਕੇ ਪਿਆਰ ਦਿੱਤਾ ਹੈ, ਮੇਰੇ ਬੇਟੇ ਦੇਖੋ ਸੋਨਾ। ਉਹ ਹੁਣ ਹਾਂਜੀ ਵੀ ਨਹੀਂ ਕਹਿੰਦੀ, ਸੋਨਾ ਬਣੀ ਖੜੀ ਹੈ। ਓਹੋ ਇਹ ਸਮਝਾਉਣ ਮਾਤਰ ਪ੍ਰਮਾਣ ਹੈ। ਗਿਆ ਜਾ ਕੇ ਫਿਰ ਭਗਵਾਨ ਨੂੰ, ਉਹ ਭਗਵਾਨ ਮੈਨੂੰ ਨਹੀਂ ਸੋਨਾ ਚਾਹੀਦਾ, ਸਾਰਾ ਕੁਛ ਲਿਮਟ 'ਚ ਹੀ ਚਾਹੀਦਾ ਹੁੰਦਾ। ਆ ਗੈਸ ਸਿਲੰਡਰ ਹੈ ਨਾ, ਇਹ ਗੈਸ ਸਿਲੰਡਰ 'ਚ ਬੰਦ ਹੈ, ਸਾਨੂੰ ਪ੍ਰਸ਼ਾਦਾ ਬਣਾ ਕੇ ਦਿੰਦੀ ਹੈ। ਜੇ ਕਿਤੇ ਸਿਲੰਡਰ ਫਟ ਜਾਏ ਫਿਰ ਸਾਡਾ ਕੀ ਬਣਦਾ ਹੈ? ਆ ਨਹਿਰਾਂ ਵਗਦੀਆਂ ਨੇ ਕੰਟਰੋਲ 'ਚ ਨੇ, ਜੇ ਕਿਤੇ ਪੰਨੀ ਟੁੱਟ ਜਾਏ ਕੀ ਬਣਦਾ ਹੈ? ਸਭ ਚੀਜ਼ਾਂ ਕੰਟਰੋਲ 'ਚ, ਸਾਡਾ ਲਾਲਚ ਵੀ ਕੰਟਰੋਲ 'ਚ ਹੋਣਾ ਚਾਹੀਦਾ, ਕਾਮ ਵੀ, ਕ੍ਰੋਧ ਵੀ, ਹੰਕਾਰ ਵੀ, ਸਭ ਕੰਟਰੋਲ 'ਚ ਹੀ ਚੰਗਾ ਲੱਗਦਾ ਹੁੰਦਾ। ਜਦੋਂ ਸਾਧ ਸੰਗਤ ਫਿਰ ਭਗਵਾਨ ਕੋਲ ਜਾ ਕੇ ਬੇਨਤੀਆਂ ਕਰਦਾ ਹੈ, ਕਿਰਪਾ ਕਰੋ ਮੈਨੂੰ ਨਹੀਂ ਸੋਨਾ ਸੋਨਾ ਚਾਹੀਦਾ, ਮੈਂ ਜਿਹੋ ਜਿਹਾ ਪਹਿਲਾਂ ਹੁੰਦਾ ਸੀ ਉੱਦਾਂ ਹੀ ਠੀਕ ਆ। ਭਗਵਾਨ ਕਹਿੰਦੇ ਨਾਲੇ ਸੋਨਾ ਮੰਗਦਾ ਸੀ? ਕਹਿੰਦਾ ਨਾ ਮਹਾਰਾਜ, ਜੋ ਤੁਹਾਨੂੰ ਚੰਗਾ ਲੱਗਦਾ ਹੈ ਨਾ ਉਹ ਦਿਓ, ਇਹ ਮੈਨੂੰ ਕੁਝ ਨਹੀਂ ਚਾਹੀਦਾ। ਸੋ ਕਹਿਣ ਤੋਂ ਭਾਵ ਹਰੀ ਲਾਲ ਕ੍ਰਿਸ਼ਨ ਲਾਲ ਫਿਰ ਮਨ ਦੀ ਸ਼ਾਂਤੀ ਭਾਲਦੇ ਨੇ, ਕਿੱਥੋਂ ਮਿਲੇਗੀ? ਉਹਨਾਂ ਨੇ ਗ੍ਰੰਥ ਚੱਕੇ, ਪੋਥੀਆਂ ਚੱਕੀਆਂ, ਸ਼ਾਂਤੀ ਨਾ ਮਿਲੀ। ਉਹਦੇ 'ਚੋਂ 4 ਸ਼ਬਦ ਉਪਦੇਸ਼ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦਾ, ਸਹਿਸਕ੍ਰਿਤੀ ਬਾਣੀ ਦਾ, ਜਦੋਂ ਇਹਨਾਂ ਨੇ ਉਹ ਪੇਪਰ 4 ਚੱਕੇ ਤੇ ਪੜ੍ਹੇ, ਇੰਨੀ ਕੁ ਸ਼ਾਂਤੀ ਆਈ ਸਾਧ ਸੰਗਤ, ਮਨ ਆਨੰਦ ਹੋ ਗਿਆ, ਖੁਸ਼ੀ ਖੇੜਾ ਆ ਗਿਆ। ਬਜ਼ੁਰਗਾਂ ਨੂੰ ਪੁੱਛਦੇ ਇਹ ਬਾਣੀ ਕਿਹਦੀ ਹੈ, ਇੰਨੀ ਸੋਹਣੀ ਬਾਣੀ? ਕਹਿੰਦੇ ਗੁਰੂ ਅਰਜਨ ਦੇਵ ਬੈਠੇ ਨੇ ਉਹਨਾਂ ਦੀ ਗੱਦੀ ਤੇ, ਅੰਮ੍ਰਿਤਸਰ ਸਾਹਿਬ ਚਲੇ ਜਾਓ। 4 ਸ਼ਬਦ ਲੈ ਕੇ ਪਹੁੰਚ ਗਏ ਉੱਥੇ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਆਹ ਦੇਖੋ ਤਾਂ ਬਾਣੀ, ਕਹਿੰਦੇ ਸਾਡੇ ਬਜ਼ੁਰਗਾਂ ਦੀ ਹੈ, ਸ਼੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਹਿੰਦੇ ਇਹੀ ਬਾਣੀ ਇਸੇ ਬੋਲੀ ਦੇ ਵਿੱਚ ਇਸ ਤਰ੍ਹਾਂ ਦੀ ਬਾਣੀ ਉਚਾਰ ਕੇ ਸਾਡਾ ਮਨ ਸ਼ਾਂਤ ਕਰੋ, ਕਿਉਂਕਿ ਅਸੀਂ ਬਹੁਤ ਉੱਚ ਕੋਟੀ ਦੇ ਵਿਦਵਾਨ ਹਾਂ, ਸਾਨੂੰ ਪੰਜਾਬੀ ਵਿੱਚ ਨਹੀਂ, ਸਾਨੂੰ ਸਹਿਸਕ੍ਰਿਤੀ ਵਿੱਚ ਉਪਦੇਸ਼ ਦਿਓ। ਅਸੀਂ ਦੱਸਦੇ ਹੁੰਦੇ ਹਾਂ ਸੰਸਕ੍ਰਿਤ ਅਤੇ ਸਹਿਸਕ੍ਰਿਤੀ 2 ਭਾਸ਼ਾਵਾਂ ਅਲੱਗ-ਅਲੱਗ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਅਸੀਂ ਪੜ੍ਹਦੇ ਹਾਂ ਨਾ, ਅੱਜ ਜਿੱਥੇ ਵਿਚਾਰ ਕਰਨੀ ਹੈ 1356 ਨੰਬਰ ਅੰਗ 1356 ਤੇ, ਇਹ ਹੁਣ ਜੋ ਬਾਣੀ ਆਪਾਂ ਪੜ੍ਹਨੀ ਇਹ ਸਹਿਸਕ੍ਰਿਤੀ ਹੈ। ਸਹਿਸਕ੍ਰਿਤੀ ਮਾਂ ਹੈ ਸੰਸਕ੍ਰਿਤ, ਜਿਹਦੇ ਵਿੱਚ ਰਿਗਵੇਦ, ਯੁਜੁਰਵੇਦ, ਅਥਰਵਣ ਤੇ ਸਾਮਵੇਦ ਲਿਖੇ ਗਏ ਨੇ। ਗੀਤਾ ਤੇ ਰਮਾਇਣ ਲਿਖੀ ਗਈ, ਮਹਾਭਾਰਤ ਲਿਖਿਆ ਗਿਆ ਹੈ। ਸਾਧ ਸੰਗਤੋਂ ਸਭ ਹਨ ਸੰਸਕ੍ਰਿਤ ਦੇ ਵਿੱਚ, ਉਹਨੂੰ ਦੇਵਗਣ ਲਿਪੀ ਵੀ ਕਿਹਾ ਜਾਂਦਾ ਹੈ। ਇਹ ਜੋ ਅਸੀਂ ਵਿਆਖਿਆ ਕਰ ਰਹੇ ਹਾਂ ਇਹ ਹੈ ਸਹਿਸਕ੍ਰਿਤੀ। ਸਹਿਸਕ੍ਰਿਤੀ ਮਾਂ ਹੈ, ਸੰਸਕ੍ਰਿਤ ਬੇਟੀ ਹੈ। ਜਿਵੇਂ ਗੁਰਮੁਖੀ ਮਾਂ ਹੈ, ਪੰਜਾਬੀ ਭਾਸ਼ਾ ਸਾਡੀ ਬੇਟੀ ਹੈ। ਜਿਵੇਂ ਅਰਬੀ ਫਾਰਸੀ 2 ਚੀਜ਼ਾਂ ਨੇ, ਅਰਬੀ ਮਾਂ ਹੈ, ਫਾਰਸੀ ਬੇਟੀ ਹੈ। ਇਵੇਂ ਕਿਵੇਂ ਇਹ ਜੋ ਲਫ਼ਜ਼ ਅਸੀਂ ਵਰਤ ਰਹੇ ਹਾਂ ਸਹਿਸਕ੍ਰਿਤੀ, ਇਹ ਮਾਤਾ ਹੈ। ਇਹਦੇ ਅੱਜ ਤੱਕ ਅਸੀਂ ਹੁਣ ਤੱਕ 23 ਸ਼ਲੋਕ ਵਿਚਾਰ ਚੁੱਕੇ ਹਾਂ। 24ਵਾਂ ਸ਼ਲੋਕ ਜੋ ਸਾਨੂੰ ਗੁਰੂ ਜੀ ਉਪਦੇਸ਼ ਦੇ ਰਹੇ ਨੇ, ਦਾਨੰ ਪਰਾਪੂਰਭੇਣ ਪੁੰਚੰਤੇ ਮਹੀਪਤੇ। ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹਰੀ ਲਾਲ ਤੇ ਕ੍ਰਿਸ਼ਨ ਲਾਲ ਬੈਠੇ ਬੇਨਤੀਆਂ ਕਰਦੇ ਐ, ਐ ਭਗਵਨ ਕਿਰਪਾ ਕਰਕੇ ਦੱਸਣਾ ਕਰੋ ਇਹ ਰਾਜੇ ਰਾਜ ਭੋਗਦੇ ਨੇ ਤੇ ਅਸੀਂ ਕਈ ਗਰੀਬ ਲੋਕ ਦਿਹਾੜੀ ਜੋਤਾ ਕਰਦੇ ਹਾਂ ਫਿਰ ਵੀ ਪੈਸਾ ਪੂਰਾ ਨਹੀਂ ਮਿਲਦਾ। ਕਿਰਪਾ ਕਰਕੇ ਗਿਆਨ ਕਰਾਓ ਇਹ ਕਿਉਂ? ਅਮੀਰ ਐਨੇ ਅਮੀਰ ਕਿਉਂ? ਗਰੀਬ ਐਨੇ ਗਰੀਬ ਕਿਉਂ? ਮਹਾਰਾਜ ਜੀ ਦੱਸਦੇ ਨੇ, ਕਹਿੰਦੇ
दानं परा पूर्वेण पुंचंते महीपते। कहते जिहड़ा दान कीता होया ना पुण्य कर्म। एक दिन अकबर ने भी पूछया सी। अकबर कहंदा गुरु अमरदास नूं, महाराज मैं सिख क्यों नहीं पैदा होया? गुरप्रताप सूरज ग्रंथ चूड़ामणि कृत भाई साहब भाई संतोख सिंह, महाराज मैं सिखां दे घरे पैदा क्यों नहीं होया? देखो मैं तुहाडी पंगत विच गरीबां दे नाल अमीरां दे नाल बह के रोटी खाना, लंगर छकदा, मैनूं तुहाडा इन्ना प्यार आउंदा, मैं तुहाडे चरणां दा दास हां ते समय दा बादशाह, दिल्ली तख्त दा बादशाह ते गोइंदवाल साहिब ऐ पट्टी विछी टाट विछिया उहदे ते बह के भोजन छकदा। मैं सिख क्यों पैदा नहीं होया? इस्लाम दे विच पैदा क्यों होया? सतगुरां ने सिर ते हथ रखिया, ज्ञान करवाया। सच्चे पातशाह कहंदे आ तू देख पिछले जन्मां तू राजा ही तुरिया होना है। एक जगह ते तू दान करेगा सी, किसी फकीर ने कहेगा इत्थे खड़ के ना दान कर, आओ गाहां गंगा वगदी है उत्थे खड़ के दान कर। तू कहेगा सारी धरती हुई राजियां दी हुई है, क्योंकि भूपति जिहड़ा राजे दा असली नाम है भूपति है। भूपति धरती दा पति, धरती दा मालक, राजे नूं भूपति कहा जाता है। कहंदा सारी धरती मेरी हो है, जिथे मर्जी खड़ के दान करी जावां। जदों ना मन्निया हंकार च बोलिया संत अगे लंघ गए। चेला पुछदे महाराज ये जे राजा इत्थे खड़ा दान करदा तुसीं क्यों कहा परां हो के दान कर? कहंदे जिथे खड़ के दान करदा थल्ले करंग दब्बे होए ने, करंग दब्बे ने। इस दान दे नाल इहनूं गुरु तां मिल जाना, पर इहनूं जिहड़ी कुल मिलनी है जिह च इहने जन्म लैना वो इस्लाम दी कुल होऊगी। दान कीते ते गुरु मिल जू, गुरु भला करदा हुंदा है, पर जिथे खड़ के तू दान करदा है, किते तू गलत थां ते तां नहीं खड़ा, किते बेशवा द्वारे तां नहीं खड़ा, किते चोर लुटेरियां च तां नहीं खड़ा, तू खड़ा किथे है? दान करन दी भी कोई सीमा, कोई थां होनी चाहिदी है। जे तू इस तरह दान करेगा, आ देख ला तू हुण तू बादशाह तां है, साडे नाल प्यार भी है, तैनूं संतां ने कहा भी सी इत्थे खड़ के ना दान कर, पर तू मन्नी नहीं गल। सारी धरती राजियां दी है, ये राजियां दी नहीं हुंदी। सगले धरती साध के तस्कर वैसे गाहे, धरती भार ना व्यापे उनको लाखू लाखे। इस करके तू भाई इस्लाम विच पैदा हो गया। महाराज ये जो राजे ने इन्हां नूं इन्ना मान क्यों, सत्कार क्यों? कहंदे इन्हां ने पिछले जन्मां दे विच अंतां दा दान कीता होया। कर्ण तुसीं जाणदे होवोगे महाभारत विच कर्ण होया, पंजां पांडवां दा बड़ा भरा सी, पर इन्हां दी माता ने कुंती ने जदों ये होया सूरज देव तो प्राप्ति हुई सी, इनू जल प्रवाह करता सी ते धृतराष्ट्र होनी इहदे दूजे बच्चे दुर्योधन होनी वो नदी ते ये रुड़िया आ रहेगा सी तां इनू पकड़ के आप दे घरे रख लिया सी। ये रोज़ सवेरे सोना दान करदा हुंदा सी। जिदण इहदे तीर वजिया तां भगवान ब्राह्मण दा रूप धारण करके आ गए, कहंदे दान कर। कहंदा मैं मरदा तुसीं मेरे तो दान मंगदे हो? कहंदा नहीं तेरा प्रण कीता भी मैं मरदे दम तक सोना दान करूँगा, कर हुण सोना दान। वो हाड़े कढ़दा भी मैं मर रहा यार, मैं 5 मिनटां नूं मेरी मौत हो जानी है, तुसीं मेरे तो सोना मंगदे हो? तुसीं असीस दो मैं जिउंदा रवां, फिर मैं महलां च जाके सब कुछ दे दूंगा। कहंदे रात होण वाली है, तू कहेगा सी मैं दिन छिपदे तक सोना दान करया करूँगा, कर सोना दान। साध संगत जी ਉਹਦੇ एक दंद सोने ਦਾ ਸੀ, एकदम ਉਹਨੇ ਇੱਟ ਰੋੜਾ ਬੱਟਾ ਚੱਕਿਆ ਆਪਣੇ ਦੰਦ ਤੇ ਮਾਰ ਕੇ ਉਹ ਬ੍ਰਾਹਮਣ ਦੇ ਹੱਥ ਤੇ ਧਰ ਤੋਂ ਭਗਵਾਨ ਸੀ ਪਰਖਣ ਵਾਸਤੇ ਆਏ ਸੀ। ਉਸੇ ਵੇਲੇ ਉਹਨੂੰ ਜੀਵਨ ਦਾਨ ਦੇ ਤਾਂ ਮਰਨ ਨਹੀਂ ਸੀ ਦਿੱਤਾ। मतलब कहण दा कि दानं परा पूर्वेन पुंचंते मही पते। जो असी दान कर, मान लो असी पाठ करवाया है, मान लो असी कथा कीर्तन करवाया है, मान लो किसी गरीब दी लोड़वंद दी बेटी दे विआह ते पैसा खर्चा है,
ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾਇਆ ਹੈ। ਹਜੇ ਤਾਂ ਤੁਹਾਨੂੰ ਕੁਛ ਨਹੀਂ ਦਿਖਣਾ ਇਹਦਾ। ਭਗਤ ਨਾਮਦੇਵ ਜੀ ਇੱਕ ਰਾਜੇ ਦੇ ਮਹਿਲਾਂ ਦੇ ਕੋਲ ਦੀ ਲੰਘੇ ਜਾ ਰਹੇ ਸਨ। ਅੱਜ ਦਾ ਸਮਾਂ ਆਪਣਾ ਸਮਾਪਤ ਹੈ, ਮੈਂ 2 ਮਿੰਟਾਂ ਦੇ ਵਿੱਚ ਹੀ ਸੰਕੋਚਾਂਗਾ। ਜਦੋਂ ਰਾਜੇ ਦੇ ਮਹਿਲਾਂ ਦੇ ਕੋਲ ਗਏ, ਉੱਥੇ ਪੈ ਗਏ। ਬਸ ਰਾਜਾ ਸੈਰ ਕਰਦਾ ਕਰਦਾ ਬਾਹਰ ਜਦੋਂ ਬਾਲਕਨੀ 'ਚ ਗੈਲਰੀ ਦੇ ਵਿੱਚ ਦੀ, ਉਹ ਫਕੀਰ ਲੋਕ ਥੱਲੇ ਹੀ ਪਏ ਨੇ, ਪੁੰਜੇ ਹੀ ਪਏ ਨੇ। ਜਾਓ ਹੀਰੇ ਮੋਤੀ ਜੜਿਆ ਹੋਇਆ ਬੈੱਡ ਦੇ ਕੇ ਆਓ ਸੰਤਾਂ ਨੂੰ, ਇਹ ਬੈੱਡ ਤੇ ਆਰਾਮ ਕਰਨ। 2 ਪਹਿਰੇਦਾਰ ਦੇਤੇ, ਜਿੱਥੇ ਬਾਬੇ ਜਾਣਗੇ ਬੈੱਡ ਨਾਲ ਹੀ ਲੈ ਜਿਓ, ਇਹ ਬੈੱਡ ਤੇ ਹੀ ਸੋਇਆ ਕਰਨਗੇ, ਸੋਨੇ ਦੇ ਬੈੱਡ ਤੇ। ਚਲੇ ਗਏ। ਉਹ ਕਹਿੰਦੇ ਮਹਾਂਪੁਰਸ਼ੋ ਥੱਲੇ ਹੀ ਪਏ ਹੋ? ਕਹਿੰਦੇ ਸਗਲੀ ਧਰਤੀ ਸਾਧ ਕੀ, ਜਿੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਸੌਂ ਗਏ। ਕਹਿੰਦੇ ਨਹੀਂ ਜੀ, ਉਹ ਦੇਖੋ ਬਾਦਸ਼ਾਹ ਖੜੇ, ਉਹਨਾਂ ਨੇ ਤੁਹਾਡੇ ਵਾਸਤੇ ਨਾ ਸੋਨੇ ਦਾ ਹੀਰੇ ਮੋਤੀ ਜੜਤ ਬੈੱਡ ਭੇਜਿਆ, ਇਹਦੇ ਤੇ ਆਰਾਮ ਕਰੋ। ਕਹਿੰਦੇ ਡਾ ਦੋ ਭਾਈ। ਕਬਹੂ ਭੂਮ ਪਿਆਰ ਨਾ ਪਾਵੈ, ਕਬਹੂ ਕੂਰਨ ਚਨੇ ਬਿਨਾਵੈ, ਕਬਹੂ ਘਰ ਘਰ ਟੂਕ ਮੰਗਾਵੈ। ਵਾਹਿਗੁਰੂ ਦੀ ਮਰਜ਼ੀ ਹੈ। ਕਬਹੂ ਖੀਰ ਖੰਡ ਘਿਓ ਨਾ ਭਾਵੈ, ਕਬਹੂ ਕੂਰਨ ਚਨੇ ਬਿਨਾਵੈ। ਕਦੇ ਘਿਓ, ਕਦੇ ਕਬਹੂ ਖੀਰ ਖੰਡ ਘਿਓ ਨਾ ਭਾਵੈ, ਘਿਓ ਖੀਰ ਖੰਡ ਕਦੇ ਕਹਿੰਦਾ ਨਹੀਂ ਮੇਰਾ ਚਿੱਤ ਨਹੀਂ ਕਰਦਾ ਖਾਣ ਨੂੰ, ਕਦੇ ਛੋਲਿਆਂ ਦੀ ਮੁੱਠੀ ਚੱਬੀ ਜਾਂਦਾ। ਹੁਣ ਕਹਿੰਦੇ ਜਦੋਂ ਬੈੱਡ ਲਿਆ ਕੇ ਦੇਤਾ ਵੇ, ਕਹਿੰਦੇ ਲਿਆਓ ਇਹ ਤੇ ਪੈ ਜਾਂਦੇ ਆ। ਜਦੋਂ ਸਵੇਰ ਹੋਈ ਜਾਣ ਲੱਗੇ, ਉੱਠ ਕੇ ਤੁਰੇ, ਪਹਿਰੇਦਾਰਾਂ ਨੇ ਬੈੱਡ ਸਿਰ ਤੇ ਧਰ ਲਿਆ। ਅਸੀਂ ਦੱਸਦੇ ਹਾਂ ਦਾਨ ਤੇ ਹੀ ਬੋਲ ਰਹੇ ਹਾਂ, ਦਾਨ ਦਾ ਹੀ ਸ਼ਬਦ ਹੈ। ਉਹ ਲੈ ਕੇ ਨਾਲ, ਉਹ ਕਹਿੰਦੇ ਤੁਸੀਂ ਕਿੱਧਰ ਚੱਲੇ ਬੈੱਡ ਲੈ ਕੇ? ਕਹਿੰਦੇ ਮਹਾਰਾਜ ਰਾਜੇ ਦਾ ਹੁਕਮ ਹੈ, ਅਸੀਂ ਤੁਹਾਡੇ ਨਾਲ ਨਾਲ ਰਹਿਣਾ, ਜਿੱਥੇ ਤੁਸੀਂ ਜਾਓਗੇ ਰਾਜੇ ਨੇ ਕਿਹਾ ਉੱਥੇ ਹੀ ਬੈੱਡ ਢਾ ਦਿਓ, ਜਦੋਂ ਥੱਕ ਗਏ ਆਰਾਮ ਕਰ ਲੈਣਗੇ। ਕਹਿੰਦੇ ਬੈੱਡ ਕਿਹਦਾ? ਕਹਿੰਦੇ ਜੀ ਹੁਣ ਤੱਕ ਰਾਜੇ ਦਾ ਸੀ, ਹੁਣ ਤੁਹਾਡਾ, ਜਿੱਥੇ ਕਹੋਗੇ ਉੱਥੇ ਹੀ ਲਗਾ ਦੇਵਾਂਗੇ। ਅੱਗੇ ਚੱਲੀ ਗਏ। ਕਹਿੰਦੇ ਇਹਨਾਂ ਨੇ ਤਾਂ ਨਾਮ ਨਹੀਂ ਜਪਣ ਦੇਣਾ, ਇਹ ਤਾਂ ਮੈਨੂੰ ਭਰਿੰਡਾਂ ਚਿੰਬੜ ਗਈਆਂ, ਮੱਖੀਆਂ ਲੱਗ ਗਈਆਂ ਮੇਰੇ ਮਗਰ, ਬੜੀ ਮਾੜੀ ਗੱਲ ਹੋਈ। ਅੱਗੇ ਨਦੀ ਵਗਦੀ ਸੀ, ਕਹਿਣ ਲੱਗੇ ਇਹ ਬੈੱਡ ਕਿਹਦਾ? ਕਹਿੰਦੇ ਜੀ ਤੁਹਾਡਾ। ਕਹਿੰਦੇ ਨਦੀ 'ਚ ਸਿੱਟ ਦਿਓ। ਕਹਿੰਦੇ ਲੈ ਇਹ ਬਾਬਾ ਕਮਲਾ ਹੀ ਹੈ, ਸੋਨੇ ਦਾ ਬੈੱਡ ਮਿਲ ਗਿਆ, ਹੀਰੇ ਮੋਤੀ ਲੱਗੇ ਨੇ, ਬਾਬਾ ਕਹਿੰਦਾ ਨਦੀ 'ਚ ਸਿੱਟ ਦਿਓ। ਉਹ ਕਹਿੰਦੇ ਨਾ ਮਹਾਰਾਜ ਵੀ ਤੁਸੀਂ ਸੋਚ ਲਓ, ਸੋਨੇ ਦਾ ਬੈੱਡ ਹੈ। ਉਹ ਕਹਿੰਦਾ ਮੈਨੂੰ ਕਿਹੜਾ ਦੀਂਦਾ ਨਹੀਂ ਸੋਨੇ ਦਾ ਬੈੱਡ ਹੈ, ਸਿੱਟ ਦਿਓ ਨਦੀ ਦੇ ਵਿੱਚ। ਕਹਿੰਦੇ ਬਾਬਾ ਜੀ ਦੇਖ ਲਓ। ਉਹ ਸਲਾਹਾਂ ਕਰਦੇ ਨੇ ਆਪਸ ਵਿੱਚ ਵੀ ਬਾਬੇ ਨੂੰ ਮਨਾ ਲਈਏ ਵੀ ਬੈੱਡ ਸਾਨੂੰ ਦੇ ਦੇ, ਅਸੀਂ ਘਰ ਨੂੰ ਲੈ ਜਾਈਏ। ਬੜੇ ਚਲਾਕ ਲੋਕ ਵੀ ਹੁੰਦੇ ਨੇ ਨਾ ਦੁਨੀਆ ਤੇ। ਕਹਿੰਦੇ ਵੀ ਮਹਾਰਾਜ ਦੇਖ ਲਓ ਤੁਸੀਂ। ਕਹਿੰਦੇ ਦੇਖਣਾ ਦਿਖਾਉਣਾ ਕੀ ਹੈ, ਜਾਂ ਕਹਿ ਦਿਓ ਵੀ ਸਾਡਾ ਬੈੱਡ ਹੈ। ਕਹਿੰਦੇ ਨਹੀਂ ਬੈੱਡ ਤਾਂ ਤੁਹਾਡਾ ਹੈ, ਪਹਿਲਾਂ ਰਾਜੇ ਦਾ ਸੀ ਹੁਣ ਤੁਹਾਡਾ ਹੈ। ਕਹਿੰਦੇ ਜੇ ਮੇਰਾ ਬੈੱਡ ਹੈ ਸਿੱਟ ਦਿਓ ਨਦੀ 'ਚ। ਨਦੀ 'ਚ ਸਿੱਟਤਾ। ਕਹਿੰਦੇ ਦੇਖ ਵੀ ਕਮਲਾ ਹੀ ਹੈ, ਜਿਹਨੂੰ ਲੋੜ ਨਹੀਂ ਉਹਨੂੰ ਧੱਕੇ ਨਾ ਦਿੰਦਾ। ਅਸੀਂ ਮੰਗਦੇ ਹਾਂ, ਰੋਜ਼ ਇਹਦੇ ਨਾਲ ਰਹੇ ਨੇ, ਸਾਨੂੰ ਸੋਨੇ ਦਾ ਬੈੱਡ ਨਹੀਂ ਦਿੱਤਾ। ਘਰੇ ਚਲੇ ਗਏ। ਘਰ ਵਾਲੀਆਂ ਕਹਿੰਦੇ ਕਿੱਥੋਂ ਆਏ ਹੋ ਅੱਜ ਤੁਸੀਂ? ਦੱਸੀ ਸਾਰੀ ਵਾਰਤਾ ਵੀ ਇੱਕ ਬਾਬੇ ਨਾਲ ਭੇਜਤਾ ਸੀ, ਉਹਨਾਂ ਦਾ ਨਾਮ ਹੈ ਭਗਤ ਨਾਮਦੇਵ ਮਹਾਰਾਜ। ਉਹਨਾਂ ਨੂੰ ਬੈੱਡ ਦੀ ਲੋੜ ਨਹੀਂ, ਉਹਦੇ ਮਗਰ ਮਗਰ ਚੱਕੀ ਫਿਰਦੇ ਆ। ਸਾਨੂੰ ਲੋੜ ਹੈ, ਸਾਨੂੰ ਰਾਜਾ ਦਿੰਦਾ ਨਹੀਂ ਹੈਗਾ। ਚਲੇ ਗਏ ਡਿਊਟੀ ਤੇ। ਕਹਿੰਦੇ ਜਾ ਕੇ ਰਾਜੇ ਨੂੰ ਦੱਸੋ। ਘਰ ਵਾਲੀਆਂ ਦਾ ਤੁਹਾਨੂੰ ਪਤਾ ਹੀ ਹੈ ਕਈ ਵਾਰੀ ਕੀ ਹੁੰਦਾ। ਕਹਿੰਦੇ ਜਾਓ ਜਾ ਕੇ ਸ਼ਿਕਾਇਤ ਲਾਓ ਫਿਰ ਸੰਤਾਂ ਦੀ ਰਾਜੇ ਨੂੰ। ਸੰਤਾਂ ਦੀ ਸ਼ਿਕਾਇਤ ਜ਼ਿਆਦਾ ਲੱਗਦੀ ਹੈ, ਜਾ ਕੇ ਲਾਓ ਸ਼ਿਕਾਇਤ। ਉਹ ਜਾ ਕੇ ਕਹਿੰਦੇ ਲੈ ਮਹਾਰਾਜ ਤੁਸੀਂ ਚੰਗਾ ਕੀਤਾ। ਰਾਜਾ ਕਹਿੰਦਾ ਕੀ ਹੋਇਆ? ਉਹ ਕਹਿੰਦੇ ਮਹਾਰਾਜ ਬੈੱਡ ਤੁਸੀਂ ਉਹਨੂੰ ਦੇਤਾ, ਉਹਨੂੰ ਵਿਚਾਰੇ ਨੂੰ ਕੀ ਪਤਾ, ਸਾਧ ਬੰਦੇ ਨੂੰ ਵੀ ਸੋਨੇ ਦੇ ਬੈੱਡ ਤੇ ਵੀ ਪਈਦਾ ਹੁੰਦਾ, ਉਹ ਤਾਂ ਪੁੰਜੇ ਪੈਣ ਵਾਲਾ ਬੰਦਾ। ਕਹਿੰਦੇ ਫਿਰ ਬੈੱਡ ਹੁਣ ਹੈ ਕਿੱਥੇ? ਕਹਿੰਦੇ ਜੀ ਬਾਬੇ ਨੇ ਤਾਂ ਨਦੀ 'ਚ ਸਟਵਾਤਾ ਬੈੱਡ, ਸਾਨੂੰ ਦਿੱਤਾ ਹੁੰਦਾ ਸੀ ਸ਼ਿੰਗਾਰ ਕੇ ਰੱਖਦੇ ਮਹਾਰਾਜ, ਉਹਨੇ ਤਾਂ ਨਦੀ 'ਚ। ਕਹਿੰਦੇ ਐਂ ਕਰੋ ਬਾਬੇ ਨੂੰ ਜਾ ਕੇ ਕਹੋ ਮੇਰਾ ਬੈੱਡ ਮੋੜ। ਕਈ ਹੰਕਾਰੀ ਲੋਕ ਇੱਦਾਂ ਹੀ ਹੁੰਦੇ ਨਾ ਵੀ ਮੈਂ ਜੀ ਪੱਖਾ ਦਿੱਤਾ ਗੁਰਦੁਆਰੇ, ਮੇਰਾ ਨਾਂ ਤਾਂ ਲਿਖਿਆ ਨਹੀਂ। ਮੈਂ ਜੀ ਪਾਣੀ ਵਾਲਾ ਕੂਲਰ ਦਿੱਤਾ, ਮੇਰਾ ਨਾਂ ਤਾਂ ਲਿਖਿਆ ਨਹੀਂ। ਸਾਧ ਸੰਗਤ ਇਹ ਹੰਕਾਰ ਦੀਆਂ ਗੱਲਾਂ ਨੇ। ਸਾਡੇ ਕਮਰੇ 'ਚ ਪੱਖਾ ਚੱਲਦਾ ਸੀ, ਆਪ ਦਾ ਨਾਂ ਲਿਖਿਆ ਹੋਇਆ ਉੱਤੇ। ਗੁਰਦੁਆਰੇ ਦਾ ਜਲੂਸ ਕੱਢ ਦਿੰਦੇ ਅਸੀਂ ਪੱਖਿਆਂ 'ਤੇ ਨਾਮ ਲਿਖ ਕੇ। ਪਾਣੀ ਵਾਲਾ ਕੂਲਰ ਦੇਤਾ, ਸ਼ਾਬਾਸ਼, ਇਹ ਚੰਗੀ ਗੱਲ ਹੈ, ਉੱਤੇ ਨਾਮ ਲਿਖਾਤਾ। ਕਈ ਜਗ੍ਹਾ 'ਤੇ ਅਸੀਂ ਪਾਲਕੀ ਸਾਹਿਬ ਦੇ ਉੱਤੇ ਵੀ ਨਾਮ ਲਿਖਿਆ ਹੋਇਆ ਦੇਖਿਆ।
ਸਤਿਗੁਰਾਂ ਦੀ ਪਾਲਕੀ, ਸਤਿਗੁਰੂ ਵਿੱਚ ਬੈਠੇ ਨੇ, ਉੱਤੇ ਲਿਖਿਆ ਸਰਦਾਰ ਫਲਾਨਾ ਸਿੰਘ ਨੇ ਸੇਵਾ ਕਰਾਈ। ਤੂੰ ਐਡਾ ਵੱਡਾ ਹੋ ਗਿਆ, ਤੂੰ ਗੁਰੂ ਨੂੰ ਦਵੇਂਗਾ? ਤੂੰ ਤਾਂ ਭੇਟ ਕਰ ਸਕਦਾ ਹੈ, ਦਾਨ ਤਾਂ ਗਰੀਬ ਬੰਦੇ ਨੂੰ ਦੇਈਦਾ ਹੁੰਦਾ। ਤੂੰ ਕਹਿੰਦਾ ਮੈਂ ਗੁਰਦੁਆਰੇ ਨੂੰ ਦਾਨ ਕੀਤਾ। ਮੰਗਤਾ ਤੂੰ ਹੈ, ਰੋਜ਼ ਸਵੇਰੇ ਸ਼ਾਮ ਜਾ ਕੇ ਭੀਖ ਤੂੰ ਮੰਗਦਾ ਵਾਹਿਗੁਰੂ ਤੋਂ। ਜੀਵਨ ਦਾਨ ਦਿਓ ਜੀ, ਦੇ ਅਰੋਗਤਾ ਬਖਸ਼ੋ, ਕੁੱਲ ਦਾ ਭਲਾ ਕਰੋ, ਬੱਚਿਆਂ ਦਾ ਭਲਾ ਕਰੋ। ਮੰਗਤਾ ਤੂੰ ਹੈ ਤੇ ਤੂੰ ਕਹਿੰਦਾ ਮੈਂ ਗੁਰੂ ਨੂੰ ਦਾਨ ਦੇਤਾ। ਔਰ ਰਾਜੇ ਨੂੰ ਵੀ ਫਿਰ ਇੱਦਾਂ ਹੀ ਲੱਗਿਆ ਵੀ ਬੈੱਡ ਮੈਂ ਦਿੱਤਾ ਭਗਤ ਨਾਮਦੇਵ ਮਹਾਰਾਜ ਨੂੰ। ਕਹਿੰਦੇ ਚਲੋ ਵੀ ਚੱਲੀਏ ਆਪਾਂ, ਬਾਬੇ ਤੋਂ ਬੈੱਡ ਵਾਪਸ ਲੈ ਕੇ ਆਵਾਂਗੇ। ਚਲੇ ਗਏ ਜੀ। ਜਦੋਂ ਪਹੁੰਚੇ ਉੱਥੇ ਭਗਤ ਜੀ ਮਹਾਰਾਜ ਨੂੰ ਤਾਂ ਪਤਾ ਹੀ ਹੁੰਦਾ ਨਾ ਸਾਧੂ ਸੰਤਾਂ ਨੂੰ ਤਾਂ ਵੀ ਕਿੰਨੀ ਕੁ ਸੋਚ ਦਾ ਮਾਲਕ ਹੈ, ਕਿੰਨੀ ਕੁ ਇਹਦੀ ਮੱਤ ਹੈ, ਕਿੰਨੀ ਕੁ ਬੁੱਧ ਹੈ। ਉੱਥੇ ਹੀ ਸਜੇ ਹੋਏ ਸਨ। ਕਹਿੰਦੇ ਮਹਾਰਾਜ ਮੱਥਾ ਟੇਕਦੇ ਆ। ਕਹਿੰਦੇ ਹਾਂ ਭਾਈ ਕਿਵੇਂ ਆ ਗਏ ਮਗਰ ਹੀ? ਕਹਿੰਦੇ ਜੀ ਬੈੱਡ ਲੈਣ ਆਏ ਸੀ ਵਾਪਸ। ਕਹਿੰਦੇ ਜਦੋਂ ਮੈਨੂੰ ਦਾਨ ਹੀ ਕਰਤਾ ਫਿਰ ਤੁਹਾਡਾ ਉਹਦੇ 'ਤੇ ਕੀ ਹੱਕ? ਕਹਿੰਦੇ ਨਹੀਂ ਮਹਾਰਾਜ, ਬੈੱਡ ਦਿੱਤਾ ਤਾਂ ਅਸੀਂ ਉਹ ਹੈ ਨਾ, ਸਾਡਾ ਤਾਂ ਵਾਪਸ ਕਰੋ। ਉਹ ਕਹਿੰਦੇ ਛੱਡ ਰਾਜਨਾ, ਕਿਹੜੇ ਚੱਕਰਾਂ 'ਚ ਪਿਆ ਹੋਇਆ ਹੈ? ਦਾਨ ਕਰਤਾ ਤਾਂ ਕਰਤਾ ਬਸ, ਹੁਣ ਤੂੰ ਮੁੜ ਕੇ ਤੈਂ ਕੀ ਕਰਨਾ? ਮੈਂ ਜਿੱਥੇ ਮਰਜ਼ੀ ਰੱਖਾਂ, ਜਿੱਥੇ ਮਰਜ਼ੀ ਵਰਤਾਂ, ਨਾ ਵਰਤਾਂ? ਕਹਿੰਦਾ ਨਾ ਮਹਾਰਾਜ, ਬਹੁਤਾ ਗਿਆਨ ਨਾ ਘੋਟੋ ਸਾਡੇ 'ਤੇ, ਕਿਰਪਾ ਕਰਕੇ ਸਾਡਾ ਬੈੱਡ ਵਾਪਸ ਕਰੋ। ਇਹੀ ਕੁਛ ਤਾਂ ਦਿਖਾਉਣਾ ਸੀ ਭਗਤ ਜੀ ਮਹਾਰਾਜ ਨੇ। ਐਂ ਜਲ ਦੇਵਤੇ ਨੂੰ ਹੁਕਮ ਕੀਤਾ, ਇਸ਼ਾਰਾ ਕੀਤਾ ਬਾਹਰਲੇ ਪਾਸੇ ਨੂੰ, ਜਲ ਦੇ ਵਿੱਚੋਂ ਇਸ਼ਾਰਾ ਕੀਤਾ ਬਾਹਰਲੇ ਪਾਸੇ ਨੂੰ। ਸਾਧ ਸੰਗਤ ਜੀ 70 ਬੈੱਡ ਉਹਦੇ ਨਾਲ ਦੇ ਨਿਕਲ ਕੇ ਬਾਹਰ ਆ ਗਏ। ਪੰਡਿਤ ਨਰੈਣ ਸਿੰਘ ਜੀ ਮੁਜੰਗਾ ਨੇ ਵੀ ਇਹੀ ਬਚਨ ਲਿਖੇ ਨੇ, ਪੰਡਿਤ ਬੂਟਾ ਸਿੰਘ ਜੀ ਨੇ ਵੀ ਇਹੀ ਲਿਖੇ ਨੇ, ਪੁਰਾਤਨ ਭਗਤ ਮਾਲ ਦੇ ਵਿੱਚ ਵੀ ਇਸੇ ਤਰ੍ਹਾਂ ਆਉਂਦਾ ਹੈ, ਸਾਖੀ ਪ੍ਰਮਾਣ ਗ੍ਰੰਥ 'ਚ ਵੀ ਇਸੇ ਤਰ੍ਹਾਂ ਆਉਂਦਾ ਹੈ, ਅਤੇ ਭਗਤ ਨਾਮਦੇਵ ਜੀਆਂ ਦਾ ਜੋ ਜੀਵਨ ਕਥਾ ਹੈ ਉਹਦੇ 'ਚ ਵੀ ਇਸ ਤਰ੍ਹਾਂ ਹੀ ਆਉਂਦਾ ਹੈ। ਕਹਿੰਦੇ ਇਸ਼ਾਰਾ ਕੀਤਾ, 70 ਬੈੱਡ ਬਾਹਰ ਆ ਗਏ। ਕਹਿੰਦਾ ਮਹਾਰਾਜ ਇੰਨੇ ਬੈੱਡ? ਕਹਿੰਦੇ ਸਾਰਿਆਂ 'ਤੇ ਨਾ ਨਿਗਾਹ ਰੱਖ, ਤੇਰਾ ਇੱਕੋ ਹੀ ਹੈ, ਜਿਹੜਾ ਤੇਰਾ ਤੂੰ ਚੱਕ ਕੇ ਵਾਪਸ ਮੁੜ ਜਾ, ਬਾਕੀ ਇੱਥੇ ਛੱਡ ਦੇ। 69 69 ਬੈੱਡ ਇੱਥੇ ਹੀ ਛੱਡ ਦੇ। ਕਹਿੰਦਾ ਮਹਾਰਾਜ ਕਿ ਬੇਨਤੀ ਕਰਾਂ? ਰਾਜਾ ਕਹਿੰਦਾ ਦਾਨੀ ਜਿਹੜਾ ਕਹਿੰਦਾ ਸੀ ਮੈਂ ਦਾਨ ਕੀਤਾ, ਕਹਿੰਦਾ ਮੈਂ ਪੁੱਛਣਾ ਚਾਹੁੰਦਾ, ਦਿੱਤਾ ਮੈਂ ਤੁਹਾਨੂੰ ਇੱਕ ਸੀ ਤੇ ਬਾਹਰ 70 ਨਿਕਲ ਆਏ, ਕਿਉਂ? ਕਹਿੰਦੇ ਭਾਈ ਇਸ ਜਨਮ ਦੇ ਵਿੱਚ ਜਿੰਨਾ ਤੁਸੀਂ ਦਾਨ ਕਰਦੇ ਹੋ 70 ਗੁਣਾ ਤੁਹਾਨੂੰ ਇੱਥੇ ਹੀ ਮਿਲ ਜਾਂਦਾ ਹੈ। 70 ਗੁਣਾ। ਜੇ ਗੁਰਦੁਆਰਾ ਸਾਹਿਬ ਅਸੀਂ 1000 ਭੇਂਟ ਕਰਤਾ ਤਾਂ 70,000 ਇੱਥੇ ਮਿਲ ਜਾਣਾ। ਇੱਕ ਵਾਰੀ ਜੇ ਅਸੀਂ ਦਾਨ, ਸਾਰੀ ਜ਼ਿੰਦਗੀ ਅਸੀਂ ਕਰਦੇ ਹਾਂ ਨਾ, ਭੇਟਾਵਾਂ ਅਰਪਣ ਕਰਦੇ ਹਾਂ, ਲੋੜਵੰਦਾਂ ਨੂੰ ਦਿੰਦੇ ਹਾਂ, ਬੈਗਰ ਭਿਖਾਰੀ ਆਉਂਦਾ ਉਹਨੂੰ ਦਿੰਦੇ ਹਾਂ, ਇਹ ਸਭ ਵੱਧ ਰਹੇਗਾ। ਇੱਕ ਤਿਲ ਨਹੀਂ ਭੰਨੈ ਘਾਲੇ, ਇੱਕ ਤਿਲ ਜਿੰਨਾ ਵੀ ਨਾ ਸਾਡਾ ਕੀਤਾ ਹੋਇਆ ਪੁੰਨ ਦਾਨ ਭਜਨ ਪਾਠ ਸੇਵਾ ਸਿਮਰਨ ਭਜਨ ਬੰਦਗੀ, ਇਹ ਅਜਾਈ ਨਹੀਂ ਜਾਂਦਾ, ਇਹ ਸਭ ਲੇਖੇ ਵਿੱਚ ਪੈਂਦਾ ਹੈ। ਕਹਿੰਦੇ ਮਹਾਰਾਜ ਵਾਪਸ ਕਾਤੇ ਮੋੜਦੇ ਹੁਣ? 69 ਬੈੱਡ ਵੀ ਸਾਨੂੰ ਹੀ ਦੇ ਦਿਓ, ਜਿੱਥੇ ਇੱਕ ਦਿੱਤਾ। ਕਹਿੰਦੇ ਤੂੰ ਦੇ ਕੇ ਵਾਪਸ ਮੰਗ ਲਿਆ, ਹੁਣ ਤੈਨੂੰ ਇੱਕੋ ਹੀ ਮਿਲਣਾ, ਬਾਕੀ ਸਾਰੇ ਤੇਰੇ ਅਜਾਈ ਚਲੇ ਗਏ। ਇੱਕ ਦਿੱਤਾ, ਆ ਘੰਟੇ ਬਾਅਦ ਤੂੰ ਇੱਕ ਵੀ ਵਾਪਸ ਮੰਗ ਲਿਆ। ਜੇ ਤੂੰ ਨਾ ਲੈਂਦਾ, ਮਰਨ ਤੋਂ ਬਾਅਦ ਤੈਨੂੰ 100 ਬੈੱਡ ਸੋਨੇ ਦਾ ਆਰਾਮ ਕਰਨ ਵਾਸਤੇ ਮਿਲਣਾ ਸੀ। ਦਾਨੰ ਪਰਾ ਪੂਰਭੇਣ ਪੁੰਚੰਤੇ ਮਹੀਪਤੇ। ਇਹ ਜੋ ਅਸੀਂ ਦਾਨ ਕੀਤਾ ਹੋਇਆ ਹੈ, ਪਿਛਲੇ ਜਨਮਾਂ 'ਚ ਸੇਵਾ ਕੀਤੀ ਹੋਈ ਹੈ, ਉਹਦੇ ਬਲ ਕਰਕੇ, ਉਹਦੀ ਕਿਰਪਾ ਕਰਕੇ ਅੱਜ ਅਸੀਂ ਰਾਜ ਭੋਗ ਰਹੇ ਹਾਂ। ਅੱਜ ਸਾਡਾ ਸੋਹਣਾ ਪਰਿਵਾਰ ਹੈ, ਸਾਡੇ ਬਾਲ ਬੱਚੇ ਨੇ, ਸਾਡੀ ਜ਼ਮੀਨ ਜਾਇਦਾਦ ਹੈ, ਸਰਕਾਰੇ ਦਰਬਾਰੇ ਸਾਡਾ ਨਾਮ ਚੱਲਦਾ ਹੈ। ਇਹ ਸਾਡੇ ਪੁੰਨ ਦਾਨ ਭਜਨ ਪਾਠ ਕੀਤੇ ਹੋਏ ਹਨ। ਇੱਥੇ ਹੀ ਬਸ ਨਹੀਂ, ਇਹ ਇੱਕੋ ਲਾਈਨ ਬੋਲੀ ਹੈ। ਦੂਜੀ ਲਾਈਨ ਦੇ ਅਰਥ ਪਤਾ ਕੀ ਨੇ? ਵਿਪਰੀਤ ਬੁੱਧਿਅੰ ਮਾਰਤ ਲੋਕ ਹੈ, ਨਾਨਕ ਚਿਰੰਕਾਲ ਦੁਖ ਭੋਗਤੇ। ਕਹਿੰਦੇ ਮਹਾਰਾਜ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਰਾਜੇ ਨਾ ਮਰਨ ਵੇਲੇ ਬੜੇ ਔਖੇ ਹੁੰਦੇ ਨੇ। ਕਈ ਲੋਕ ਮਰਨ ਵੇਲੇ ਅੰਤਾਂ ਦਾ ਦੁੱਖ ਭੋਗਦੇ ਨੇ, ਕਿਉਂ? ਮਹਾਰਾਜ ਕਹਿੰਦੇ ਵਿਪਰੀਤ ਬੁੱਧਿਅੰ, ਵਿਪਰੀਤ ਹੁੰਦੀ ਹੈ, ਵਿਪਰੀਤ ਬੁੱਧੀ ਵਿਨਾਸ਼ ਕਾਲ ਹੈ।
ਕਹਿੰਦੇ ਜਿਹੜੀ ਵਿਪਰੀਤ ਬੁੱਧੀ ਹੁੰਦੀ ਹੈ ਨਾ, ਮਾੜੀ ਸੋਚ, ਪੈਸਾ ਪਹਿਲਾਂ ਹੀ ਬਹੁਤ ਹੈ, ਹੋਰ ਕਤਲ ਕਰ ਦੇਣੇ, ਹੋਰ ਪੈਸਾ ਇਕੱਠਾ ਕਰਨਾ, ਕਿਸੇ ਨੂੰ ਵਿਚਾਰੇ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ, ਉਹਨੂੰ ਘੱਟ ਵੱਧ ਕਰਕੇ ਉਹਦਾ ਹੋਰ ਰੱਖ ਲੈਣਾ, ਜਿਹੜੇ ਇਸ ਤਰ੍ਹਾਂ ਕਰਦੇ ਨੇ। ਵਿਪਰੀਤ ਬੁੱਧੀਆਂ ਜਿਹੜੇ ਉਲਟੀ ਮੱਤ ਦੇ ਮਾਲਕ ਨੇ, ਮਾੜੀ ਸੋਚ ਦੇ ਮਾਲਕ ਨੇ, ਮਾਰਤ ਲੋਕ ਹੈ। ਇਸ ਨਾਸ਼ਵੰਤ ਸੰਸਾਰ ਦੇ ਵਿੱਚ ਨਾਨਕ ਚਿਰੰਕਾਲ ਦੁੱਖ ਭੋਗਤੇ, ਬੜੇ ਲੰਮੇ ਸਮੇਂ ਤੱਕ ਉਹ ਦੁਖੀ ਹੋ ਕੇ, ਕਈਆਂ ਦਾ ਪੈਰਾਲਾਈਜ਼ ਹੋ ਗਿਆ, ਕਈਆਂ ਦਾ ਦਿਮਾਗ ਖਰਾਬ ਹੋ ਗਿਆ, ਕਈਆਂ ਦੀ ਦ੍ਰਿਸ਼ਟੀ ਖਤਮ ਹੋ ਗਈ, ਕਈਆਂ ਦੀ ਜੀਭ ਬੰਦ ਹੋ ਗਈ, ਕਈ ਤਾਂ ਵਿਚਾਰੇ ਜਿਉਣਾ ਚਾਹੁੰਦੇ ਨੇ, ਚਲੇ ਜਾਂਦੇ ਨੇ ਸੰਸਾਰ ਤੋਂ, ਕਈ ਮਰਨਾ ਚਾਹੁੰਦੇ ਨੇ, 20-20 ਸਾਲਾਂ ਤੋਂ ਸਰੀਰ ਤੋਂ ਟਾਕੀਆਂ ਵੀ ਲੈ ਗਈਆਂ, ਸਰੀਰ ਤੋਂ ਮੁਸ਼ਕ ਮਾਰਦਾ, ਪਰ ਉਮਰ ਫੇਰ ਵੀ ਭੋਗ ਰਹੇ ਹਨ। ਉਹ ਇਸ ਕਰਕੇ ਕਿ ਜਦੋਂ ਕੋਈ ਸਮਾਂ ਆਉਂਦਾ ਸੀ ਦਾਨ ਕਰਨ ਦਾ, ਕਹਿੰਦੀ ਬਾਬੇ ਤਾਂ ਐਵੇਂ ਤੁਰੇ ਫਿਰਦੇ ਨੇ, ਇਹ ਤਾਂ ਰੋਜ਼ ਹੀ ਕੋਈ ਨਾ ਕੋਈ ਨਵਾਂ ਹੀ ਬਾਬਾ ਉੱਠ ਕੇ ਆ ਜਾਂਦਾ, ਸਾਤੋਂ ਨਹੀਂ ਦਿੱਤਾ ਜਾਂਦਾ। ਕਿਸੇ ਨੇ ਆਖਿਆ ਲੱਖ ਜਗਾਤੀ ਬੀਬਾ 2 ਪ੍ਰਸ਼ਾਦੇ ਛਕਾ ਦਿਓ, ਕਹਿੰਦੇ ਦਫਾ ਹੋ, ਹੱਟਾ ਕੱਟਾ ਤੁਰਿਆ ਫਿਰਦਾ, ਕਰਕੇ ਨਹੀਂ ਖਾ ਸਕਦਾ। ਇਸ ਤਰ੍ਹਾਂ ਉਹ ਜੋ ਅਸੀਂ ਬੋਲੇ ਹੁੰਦੇ ਨੇ ਲਫ਼ਜ਼, ਉਸ ਅਸੀਂ ਭੁੱਲ ਜਾਂਦੇ ਹਾਂ। ਫਿਰ ਅਸੀਂ ਕਹਿੰਦੇ ਮੈਂ ਤਾਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਮੈਨੂੰ ਸਜ਼ਾ ਕਿਉਂ? ਮੈਂ ਤਾਂ ਬੜਾ ਚੰਗਾ, ਬੜਾ ਭਲਾ ਮਾਨਸ ਹਾਂ, ਮੈਂ ਤਾਂ, ਮੈਨੂੰ ਦੁੱਖ ਕਿਉਂ? ਸਾਧ ਸੰਗਤ ਜੀ, ਤੁਸੀਂ ਇੱਕ ਇੱਕ ਪਲ ਕੋਈ ਸੇਵਾ ਕੀਤੀ, ਸਿਮਰਨ ਕੀਤਾ, ਭਜਨ ਪਾਠ ਕੀਤਾ, ਲੋੜਵੰਦਾਂ ਦੀ ਮਦਦ ਕੀਤੀ, ਉਹਦਾ ਵੀ ਫਲ ਮਿਲੇਗਾ। ਜੋ ਕਿਸੇ ਦਾ ਦਿਲ ਦੁਖਾਇਆ, ਪਾਪ ਕਰਮ ਕੀਤਾ, ਵਿਸ਼ੇ ਰਸ ਕੀਤਾ, ਉਹਦੀ ਸਜ਼ਾ ਵੀ ਜ਼ਰੂਰ ਮਿਲੇਗੀ। ਇੱਕ ਸ਼ਲੋਕ ਦੀ ਆਪਾਂ ਵਿਆਖਿਆ ਕੀਤੀ ਹੈ, 23ਵੇਂ ਸ਼ਲੋਕ ਦੀਆਂ ਕੇਵਲ 2 ਲਾਈਨਾਂ ਹੀ ਵਿਚਾਰ ਸਕੇਗਾ। ਕੱਲ੍ਹ ਨੂੰ ਆਪਾਂ ਭਾਈ ਇਸੇ ਤਰ੍ਹਾਂ ਸ਼ਾਮ ਨੂੰ 7 ਤੋਂ 8 ਵਜੇ ਤੱਕ 25ਵੇਂ ਸ਼ਲੋਕ ਦੀ ਵਿਆਖਿਆ ਕਰਾਂਗੇ। ਸ਼ਲੋਕ ਹੈ ਬ੍ਰਿਥਾ ਅਨੁਗ੍ਰਹੰ ਗੋਬਿੰਦ ਹੈ, ਜਸੇ ਸਿਮਰਨ ਰਿਦੰਤਰਕ ਹੈ, ਅਰੋਗਯੰ ਮਹਾਰੋਗਯੰ ਬਿਸਮ੍ਰਤੇ ਕਰੁਣਾਮਯ ਹੈ। ਇਹਦੀ ਵਿਆਖਿਆ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕਰਾਂਗੇ। ਜਿਨ੍ਹਾਂ ਸੰਗਤਾਂ ਨੇ, ਮਹਾਂਪੁਰਸ਼ਾਂ ਨੇ ਲਾਈਵ ਸੁਣਿਆ, ਉਹਨਾਂ ਦਾ ਵੀ ਧੰਨਵਾਦ। ਜੋ ਸੰਗਤਾਂ ਤੁਸੀਂ ਇੱਥੇ ਆਸੀਸ ਦੇ ਰਹੇ ਹੋ, ਆਪ ਜੀ ਦਾ ਧੰਨਵਾਦ। ਸਮੇਂ ਸਿਰ ਕੱਲ੍ਹ ਨੂੰ ਇਸੇ ਤਰ੍ਹਾਂ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਬੋਲਦਿਆਂ ਤੋਂ, ਵਿਚਾਰਾਂ ਕਰਦਿਆਂ ਤੋਂ ਅਨੇਕਾਂ ਹੋਈਆਂ ਗਲਤੀਆਂ ਮਾਫ ਕਰਨੀਆਂ। ਦੇਵੋ ਅਸੀਸ, ਬੁਲਾਓ ਫਤਿਹ। ਕੋ ਵਾਹਿਗੁਰੂ ਜੀ ਕਾ ਖਾਲਸਾ,